ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਦੂਜਾ। ਕੈਸਹੀ ਕੋਈ ਕੋਇ ਮਾਨਿਆ ਨਿਮਾਣੀ ਇਕ ਤੋ। ਕਿਉ ਨ ਮਰੀਜੈ ਰੋਏ ਜਾਂ ਲਾਗੈ ਚਿਤ ਨ ਆਵਹਿ। ਕੈਸਹੀ ਕੋਈ ਕੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਦੂਜਾ। ਜਿਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸ੍ਰੀ ਖਡੂਰ ਸਾਹਿਬ ਭੇਜ ਦਿੱਤਾ ਸੀ, ਉੱਥੇ ਗੁਰੂ ਜੀ ਦੇ ਵਿਛੋੜੇ ਕਰਕੇ ਗੁਰੂ ਅੰਗਦ ਦੇਵ ਜੀ ਹਰ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਸਿਮਰਨ ਕਰਦੇ ਰਹਿੰਦੇ ਸਨ। ਜਿਸ ਕਰਕੇ ਪ੍ਰੇਮ ਦੀ ਖਿੱਚ ਕਾਰਨ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲ ਪਏ। ਇੱਧਰੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਖਡੂਰ ਸਾਹਿਬ ਤੋਂ ਚੱਲ ਪਏ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਅੰਮ੍ਰਿਤ ਸਰੋਵਰ ਦੇ ਕਿਨਾਰੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਹੈ, ਇਸ ਸਥਾਨ 'ਤੇ ਇਕੱਠੇ ਹੋਏ। ਤਦੋਂ ਪਹਿਲੇ ਸਤਿਗੁਰਾਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਵਾਪਸ ਖਡੂਰ ਸਾਹਿਬ ਭੇਜ ਦਿੱਤਾ ਸੀ। ਇੱਕ ਦਿਨ ਫਿਰ ਜਦ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪ੍ਰੇਮ ਦੀ ਖਿੱਚ ਕੀਤੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਪ੍ਰੇਮ ਦੀ ਖਿੱਚ ਕਾਰਨ ਕਰਤਾਰਪੁਰ ਸਾਹਿਬ ਰਹਿ ਨਾ ਸਕੇ ਅਤੇ ਖਡੂਰ ਸਾਹਿਬ ਪਹੁੰਚ ਗਏ। ਉੱਥੇ ਗੁਰੂ ਅੰਗਦ ਦੇਵ ਸਾਹਿਬ ਅਤੇ ਮਾਤਾ ਖੀਵੀ ਜੀ ਨੇ ਵੱਡੇ ਗੁਰੂ ਸਾਹਿਬ ਜੀ ਦਾ ਖਲੋਤਿਆਂ ਦਾ ਹੀ ਇਸ਼ਨਾਨ ਕਰਾਇਆ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਹਾ ਕਿ ਪੁਰਖਾ ਤੂੰ ਇਤਨਾ ਪ੍ਰੇਮ ਕਿਉਂ ਕਰਦਾ ਹੈ? ਤੇਰੇ ਪ੍ਰੇਮ ਦੀ ਖਿੱਚ ਕਾਰਨ ਅਸੀਂ ਕਰਤਾਰਪੁਰ ਸਾਹਿਬ ਤੋਂ ਆਉਣਾ ਕੀਤਾ ਹੈ। ਤੂੰ ਹੁਣ ਸਾਡੇ ਸਰੂਪ ਦੇ ਵਿੱਚ ਹੀ ਲੀਨ ਹੋ ਗਿਆ ਹੈ, ਐਵੇਂ ਇਤਨੀ ਖਿੱਚ ਨਾ ਕਰਿਆ ਕਰ। ਤਦੋਂ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹ ਪ੍ਰੇਮ ਵਾਲੀ ਬਚਨਾਂ ਵਿੱਚ ਇੱਕ ਪਾਵਨ ਸ਼ਲੋਕ ਉਚਾਰਨ ਕੀਤਾ। ਪਿਆਰ ਨਾਲ ਸੁਣੋ ਜੀ। ਕੈਸਹੀ ਕੋਈ ਕੋਇ। ਇਹ ਸਤਿਗੁਰੂ ਜੀ ਕਿਸੇ ਨੂੰ ਕੋਈ ਆਸਰਾ ਹੈ, ਕਿਸੇ ਨੂੰ ਕੋਈ ਪਿਆਰਾ ਹੈ। ਮਾਨਿਆ ਨਿਮਾਣੀ ਇਕ ਤੋ। ਪਰ ਮੈਨੂੰ ਨਿਮਾਣੀ ਮਾਨ ਰਹਿਤ ਵਿਚਾਰੀ ਜੀਵ ਰੂਪ ਇਸਤਰੀ ਨੂੰ ਇੱਕ ਤੂੰ ਹੀ ਪਿਆਰਾ
ਆਸਰਾ ਰੂਪ ਹੈ। ਕਿਉ ਨਾ ਮਰੀਜੈ ਰੋਏ, ਇਹ ਸਤਿਗੁਰੂ ਜੀ ਜਾਂ ਲਗ ਚਿਤ ਨ ਆਵਹਿ। ਜਦ ਤੱਕ ਤੁਸੀਂ ਚੇਤੇ ਨਹੀਂ ਆਉਂਦੇ ਉਦੋਂ ਤੱਕ ਰੋ ਰੋ ਕੇ ਕਿਉਂ ਨਾ ਮਰ ਜਾਈਏ। ਭਾਵ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਤਾਂ ਸਾਡਾ ਮਰਨਾ ਹੁੰਦਾ ਹੈ। ਇਸੇ ਪ੍ਰਕਾਰ ਕੈਸਹੀ ਕੋਈ ਕੋਏ, ਇਹ ਸਤਿਗੁਰੂ ਜੀ ਕਿਸ ਨੇ ਅਸਤੂਲ ਦੇਹੀ ਦੀ ਕਿਸੇ ਨੇ ਓਟ ਲਈ ਹੈ, ਕੋਈ ਸੂਖਮ ਤੇ ਕੋਈ ਕਾਰਨ ਦੇਹੀ ਦੀ ਓਟ ਲਈ ਬੈਠਾ ਹੈ। ਮਾਨਨ ਮਾਣੀ ਇਕ ਤੂ, ਪਰ ਮੈਂ ਨਿਮਾਣੀ ਦਾ ਇੱਕ ਤੂੰ ਹੀ ਆਸਰਾ ਰੂਪ ਹੈ। ਕਿਉ ਨਾ ਮਰੀਜੈ ਰੋਏ, ਤੇਰੀ ਪ੍ਰਾਪਤੀ ਵਾਸਤੇ ਯਤਨ ਕਰਦੇ ਹੋਏ ਮਰ ਹੀ ਕਿਉਂ ਨਾ ਜਾਈਏ। ਜਾਂ ਲਗ ਚਿਤ ਨ ਆਵਹਿ। ਜਿਤਨਾ ਚਿਰ ਤੱਕ ਤੂੰ ਚੇਤੇ ਨਹੀਂ ਆਉਂਦਾ, ਭਾਵ ਤੇਰੇ ਚੇਤੇ ਆਉਣ ਤੋਂ ਬਿਨਾਂ ਤਾਂ ਸਾਡਾ ਜ਼ਰੂਰ ਮਰਨਾ ਹੁੰਦਾ ਹੈ। ਮਹੱਲਾ ਦੂਜਾ। ਦੂਜੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਭਾਮਣ ਫਰਮਾਨ ਕਰਦੇ ਹਨ। ਜਾਂ ਸੁਖ ਤਾਂ ਸਹੁਰਾਵੇਓ, ਸਿੱਖਾਂ ਨੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਪਤੀ ਪਰਮੇਸ਼ਰ ਨਾਲ ਕਿਵੇਂ ਮਿਲਾਪ ਹੋਵੇ। ਤਾਂ ਉੱਤਰ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਜਾਂ ਸੁਖ, ਜੇਕਰ ਸੁਖ ਪ੍ਰਾਪਤ ਹੈ ਤਾਂ ਸਹੁਰਾਵਿਓ, ਤਦ ਵੀ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰੋ। ਜਾਂ ਰਾਵਿਓ ਭਾਵ ਚੇਤੇ ਰੱਖੋ। ਦੁਖ ਭੀ ਸੰਭਾਲਿਓ, ਪਰ ਜੇ ਦੁੱਖ ਹੈ ਤਾਂ ਦੁੱਖ ਵਿੱਚ ਵੀ ਉਸ ਨੂੰ ਯਾਦ ਰੱਖੋ, ਕਿਉਂਕਿ ਬੇਪਤ ਤਾਹਾਂ ਜਹਾਂ ਹਰ ਸਿਮਰਨ ਨਾਹੀ, ਜੈ ਸਿਮਰਨ ਤੈ ਹਰ ਗੁਣ ਗਾਹੀ। ਬਿਪਤਾ ਤਾਂ ਉੱਥੇ ਹੈ ਜਿੱਥੇ ਵਾਹਿਗੁਰੂ ਜੀ ਦਾ ਭਜਨ ਨਹੀਂ ਹੈ। ਜਿੱਥੇ ਭਜਨ ਹੈ ਉੱਥੇ ਬਿਪਤਾ ਹੋ ਹੀ ਨਹੀਂ ਸਕਦੀ। ਮਹਾਰਾਜ ਦੇ ਗੁਣ ਗਾਏ ਜਾਂਦੇ ਨੇ। ਜੇ ਔਖੀ ਘੜੀ ਆ ਵੀ ਗਈ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ। ਮੈਂ ਤਾਂ ਇਹ ਸਮਝਿਆ ਗੁਰਦੁਆਰੇ ਆ ਕੇ ਕਿ ਜਿੰਨਾ ਔਖਾ ਸਮਾਂ ਸਿੰਘਾਂ 'ਤੇ ਆਉਂਦਾ ਹੈ, ਗੁਰੂ ਦੇ ਸਿੱਖਾਂ 'ਤੇ ਆਉਂਦਾ ਹੈ, ਆਮ ਬੰਦਾ ਉਹਦੇ 'ਤੇ ਤਾਂ ਲਾਗੋਂ ਦੀ ਦੁੱਖ ਨਹੀਂ ਲੰਘਦੇ। ਲੋਕ ਤਾਂ ਐਵੇਂ ਹੀ ਤਰਲੇ ਮਾਰਦੇ, ਘਬਰਾ ਜਾਂਦੇ ਨੇ। ਦੁਨੀਆ ਤਾਂ ਜਹਾਜ਼ਾਂ 'ਚ ਪਈ ਘੁੰਮਦੀ ਹੈ, ਕਦੀ ਕਿਤੇ ਕਦੀ ਕਿਤੇ, ਅਤੇ ਪੈਸਾ ਮਾਇਆ ਤੇਲਾ ਕੋਠੀਆਂ ਕਾਰਾਂ ਰੱਬ ਨੇ ਸੋਖੀ ਬੜਾ ਦਿੱਤਾ ਹੋਇਆ। ਜਿੰਨੀ ਬਿਪਤਾ ਹੈ ਗੁਰੂ ਦੇ ਸਿੱਖਾਂ ਦੇ ਪਾਤੀ। ਤੁਸੀਂ ਦੱਸੋ ਜੇ ਮੈਂ ਝੂਠ ਬੋਲਦਾ? ਜਿਹੜੇ ਲੋਕ ਤਾਂ ਗੋਰਿਆਂ ਨਾਲ ਮਿਲ ਗਏ, ਮਹਾਰਾਜਾ ਰਣਜੀਤ ਸਿੰਘ ਜੀ ਦੇ ਨੇਤਰ ਬੰਦ ਕਰਨ ਤੋਂ ਬਾਅਦ, ਉਹ ਤਾਂ ਰਾਜੇ ਮਹਾਰਾਜਿਆਂ ਦੀਆਂ ਅੱਜ ਤੱਕ ਵੀ ਪੈਨਸ਼ਨਾਂ ਲੱਗੀਆਂ ਹੋਈਆਂ। ਲੰਡਨ ਉਹਨਾਂ ਦੇ ਫਲੈਟ ਨੇ। ਗੋਰੇ ਅੱਜ ਵੀ ਉਹਨਾਂ ਨੂੰ ਸਲਾਮਾਂ ਕਰਦੇ, ਭਾਵੇਂ ਅੱਧੀ ਰਾਤ ਉੱਠ ਕੇ ਅੰਬੈਸੀ 'ਚ ਚਲੇ ਜਾਣ, ਠਾਹ ਕਰਕੇ ਵੀਜ਼ਾ ਲੱਗਦਾ। ਪਰ ਜਿਹੜੇ ਮਹਾਰਾਜ ਦੇ ਪਿਆਰ ਵਾਲੇ, ਜਿਨ੍ਹਾਂ ਸਿੱਖੀ ਕਮਾਈ ਹੈ, ਉਹਨਾਂ ਦੀ ਬਲੈਕ ਲਿਸਟ, ਕਾਲੇ ਕਾਗਜ਼, ਨਾ ਇੱਥੋਂ ਬਾਹਰ ਜਾ ਸਕਦਾ, ਨਾ ਬਾਹਰੋਂ ਇੱਧਰ ਨੂੰ ਆ ਸਕਦਾ। ਬੜਾ ਔਖਾ ਹੈ। ਮਹਾਂਪੁਰਖ ਬਾਬਾ ਹਨੂੰਮਾਨ ਸਿੰਘ ਜੀ ਅਮਰ ਸ਼ਹੀਦ, ਇਹਨਾਂ ਨੂੰ ਸ਼ਹੀਦੀ ਇਸੇ ਕਰਕੇ ਦੇਣੀ ਪਈ ਵੀ ਇਹ ਗੁਰੂ ਦੇ ਸਿੱਖ ਸਨ। ਜੇ ਗੋਰਿਆਂ ਦੇ ਸਿੱਖ ਬਣ ਜਾਂਦੇ ਫਿਰ ਤਾਂ ਉਹ ਇਹੀ ਚਾਹੁੰਦੇ ਸੀ, ਕੁਛ ਵੀ ਨਹੀਂ ਸੀ ਹੋਣਾ, ਚੁੱਪ ਕਰਕੇ ਮੌਜਾਂ ਮਾਣਦੇ। ਸਿੰਘਾਂ ਦੀ ਲੜਾਈ ਹੋਈ ਸਰਕਾਰਾਂ ਦੇ ਨਾਲ ਇਹੀ ਰਹੀ ਹੈ ਕਿ ਮੌਕੇ ਦੀਆਂ ਸਰਕਾਰਾਂ ਜ਼ੁਲਮ ਢਾਉਂਦੀਆਂ ਨੇ,
ਬੇਨਿਯਮੀਆਂ ਕਰਦੀਆਂ ਨੇ, ਸਿੰਘ ਉਹਦੀ ਵਿਰੋਧਤਾ ਕਰਦੇ ਨੇ, ਧਰਮ ਕਮਾਉਂਦੇ ਨੇ। ਅਤੇ ਇਸ ਕਰਕੇ ਭਾਵੇਂ ਉਹਨਾਂ ਦੇ ਕੱਚੇ ਅਤੇ ਟੁੱਟੇ ਘਰ ਵੀ ਹੋਣ, ਸਰਕਾਰਾਂ ਉਹਨਾਂ 'ਚ ਨਹੀਂ ਰਹਿਣ ਦਿੰਦੀਆਂ। ਗੁਰਸਿੱਖ ਘੋੜਿਆਂ ਦੀਆਂ ਕਾਠੀਆਂ ਅਤੇ ਜੰਗਲਾਂ ਦੇ ਵਿੱਚ ਰਾਤਾਂ ਗੁਜ਼ਾਰਦੇ, ਪਰ ਮਹਾਰਾਜ ਦੀ ਬਾਣੀ ਉਹਨਾਂ ਨੂੰ ਹਮੇਸ਼ਾ ਯਾਦ ਰਹਿੰਦੀ। ਇਸ ਕਰਕੇ ਦੁਨੀਆ ਨੇ ਤਾਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਟਿਕਣ ਦਿੱਤਾ। ਤੁਸੀਂ ਦੱਸੋ, ਪੰਜਾਬ ਸਾਡਾ ਹੈ, ਮੰਨਦੇ ਆ ਨਾ? ਸਾਡਾ ਅਨੰਦਪੁਰ ਸਾਹਿਬ ਕਿੱਡੀ ਕੁ ਦੂਰ ਹੈ, ਕੋਈ ਵੱਖਰਾ ਤਾਂ ਨਹੀਂ ਪੰਜਾਬ ਤੋਂ, ਪਰ ਨਹੀਂ ਮਹਾਰਾਜ ਨੂੰ ਰਹਿਣ ਦਿੱਤਾ। ਆਖਿਆ ਵੀ ਛੱਡ ਕੇ ਤੁਰ ਜਾਓ। ਜਿੰਨਾ ਸਮਾਂ ਕੱਟਿਆ ਬੜੀ ਮੁਸ਼ਕਿਲ ਦੇ ਨਾਲ, ਆਪਦੇ ਬਲਬੂਤੇ 'ਤੇ ਕੱਟਿਆ। ਆਖਰ ਮਹਾਰਾਜ ਨੂੰ ਕਿਲ੍ਹਾ ਛੱਡਣਾ ਹੀ ਪਿਆ, ਅਨੰਦਪੁਰ ਸਾਹਿਬ ਤਿਆਗਣਾ ਹੀ ਪਿਆ। ਅਤੇ ਫਿਰ ਵੀ ਪੰਜਾਬ 'ਚ ਨਹੀਂ ਰਹਿਣ ਦਿੱਤਾ ਲੋਕਾਂ ਨੇ। ਆਖਿਆ ਦੌੜ ਜਾਓ। ਜਿਹੜੇ 4 ਕੁ ਦਿਨ ਮਹਾਰਾਜ ਨੇ ਕੱਟੇ, ਉਹ ਮਾਲਵੇ ਦੇ ਵਿੱਚ ਜਾ ਕੇ ਕੱਟੇ। ਅਤੇ ਉੱਥੋਂ ਵੀ ਸੁਨੇਹਾ ਆ ਗਿਆ ਡੱਲੇ ਸਰਦਾਰ ਨੂੰ ਵੀ ਇਹ ਸਰਕਾਰ ਦੇ ਬਾਗੀ ਨੇ, ਇਹਨੂੰ ਫੜਾ ਦੇ। ਭਾਵੇਂ ਕਿ ਮਹਾਰਾਜ ਨਹੀਂ ਡਰੇ, ਉਹ ਗੱਲ ਵੱਖਰੀ ਹੈ, ਪਰ ਅਸੀਂ ਤਾਂ ਆਪਣੀ ਗੱਲ ਕਰ ਰਹੇ ਹਾਂ। ਤੋ ਜਿਹੜੇ ਲੋਕ ਮੁਸਲਮਾਨਾਂ ਨਾਲ ਰਲ ਗਏ, ਉਹ ਆਰਾਮ ਦੇ ਨਾਲ, ਸੁੱਖ ਸ਼ਾਂਤੀ ਨਾਲ ਘਰਾਂ ਦੇ ਵਿੱਚ ਆਨੰਦ ਮੰਗਲ ਸਹਿਤ ਰਹਿੰਦੇ ਰਹੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪ ਦਾ ਟੱਬਰ ਵੀ ਕੁਰਬਾਨ ਕਰਨਾ ਪਿਆ, ਅਤੇ ਆਪ ਵੀ ਪੰਜਾਬ ਦੀ ਧਰਤੀ ਛੱਡ ਕੇ, ਜਿੱਥੇ ਨਾ ਪਾਣੀ, ਨਾ ਧਾਣੀ, ਨਾ ਗੱਲ, ਨਾ ਬਾਤ, ਕਿੱਡੀ ਦੂਰ ਵੇਖੋ ਮਹਾਰਾਸ਼ਟਰ ਦੇ ਵਿੱਚ ਜਾ ਕੇ ਡੇਰਾ ਲਾਉਣਾ ਪਿਆ। ਸਤਿਗੁਰੂ ਜੀ ਬੜੇ ਤਗੜੇ ਸੀਗੇ, ਰਹੇ ਚੜ੍ਹਦੀ ਕਲਾ ਵਿੱਚ। ਪਰ ਮੈਂ ਦੁਨੀਆ ਦੀ ਹਾਲਤ ਦੱਸ ਰਿਹਾ ਹਾਂ ਕਿ ਆਮ ਇਨਸਾਨ ਸੁਖੀ ਹੈ। ਬੰਦਾ ਬਹਾਦਰ ਜਿੰਨਾ ਚਿਰ ਮਾਲਾ ਫੇਰਦਾ ਰਿਹਾ, ਵੈਰਾਗੀ ਰਿਹਾ, ਉਹਨਾਂ ਚਿਰ ਸੁਖੀ ਰਿਹਾ। ਅਤੇ ਜਦ ਉਹਨੇ ਗਾਤਰੇ ਕਿਰਪਾਨ ਪਾ ਲਈ, ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣ ਗਿਆ, ਸੇਵਾ ਵੀ ਵੈਸੀ ਲੱਗ ਗਈ, ਉਹਦੇ ਤੋਂ ਹੀ ਮੁਸ਼ਕਿਲ ਸ਼ੁਰੂ ਹੋ ਗਈ। ਅੱਗੇ ਦੀ ਅੱਗੇ, ਅੱਗੇ ਦੀ ਅੱਗੇ, ਆਖਰ ਜਮੂਰਾਂ ਦੇ ਨਾਲ ਮਾਸ ਨਚਵਾਉਣਾ ਪਿਆ। ਆਪਦੇ 4 ਸਾਲ ਦੇ ਛੋਟੇ ਬੱਚੇ ਨੂੰ ਸ਼ਹੀਦ ਕਰਵਾ ਕੇ ਫਿਰ ਸਿੱਖੀ ਦਾ ਮੁੱਲ ਧਾਰਿਆ। ਇਉਂ ਬਹੁਤ ਬੜੀ ਸਿੱਖੀ ਦੀ ਕੀਮਤ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਪਰ ਗੁਰੂ ਜੀ ਦੇ ਸਿੰਘ ਹਮੇਸ਼ਾ ਖਿੜੇ ਮੱਥੇ, ਜੋ ਵੀ ਬਿਪਤਾ ਦੁੱਖ ਆਉਂਦਾ ਉਹ ਧਰਮ ਦੇ ਮੁਤਾਬਕ ਚੜ੍ਹਦੀ ਕਲਾ ਵਿੱਚ ਸਹਾਰਦੇ ਹਨ। ਉਹਨੂੰ ਦੁੱਖ ਨੂੰ ਦੁੱਖ ਨਹੀਂ ਮੰਨਦੇ, ਮਹਾਰਾਜ ਦੇ ਬਾਣੀ ਵਿੱਚ ਪ੍ਰਸੰਨ ਰਹਿੰਦੇ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹਜ਼ੂਰੀ ਦੇ ਸਿੱਖ, 5 ਸਿੱਖ, ਆਮ ਦੁਨੀਆ ਤਾਂ ਸੁੱਖ ਦੇ ਨਾਲ ਘਰਾਂ 'ਚ ਬੈਠੀ ਸੀ, ਦਿੱਲੀ ਵਾਲੇ ਵੀ ਅਤੇ ਪੰਜਾਬ ਵਾਲੇ ਵੀ। ਪਰ ਜਿਹੜੇ ਗੁਰੂ ਮਹਾਰਾਜ ਦੇ ਨਾਲ ਸੀਗੇ, ਉਹਨਾਂ ਨੂੰ ਵੇਖੋ ਦੇਗ 'ਚੋਂ ਪਲਣਾ ਪਿਆ। ਪਰ ਜਿਉਂਦੇ ਰੂਹ ਵਿੱਚ ਲਪੇਟ ਕੇ ਉਹਨਾਂ ਨੂੰ ਸਾੜਿਆ ਗਿਆ। 2 ਫਾੜ ਹੋਣਾ ਪਿਆ। ਭਾਈ ਮਨੀ ਸਿੰਘ ਨੂੰ ਟੋਟੇ ਟੋਟੇ ਕਰਵਾਉਣੇ ਪਏ। ਬਾਬੇ ਤਾਰੂ ਸੋ ਨੂੰ ਖੋਪਰਾ ਲਵਾਉਣਾ ਪਿਆ। ਸਾਹਿਬਜ਼ਾਦੇ ਅੱਜ ਵੀ ਨੀਹਾਂ ਵਿੱਚ ਖੜੇ ਜੈਕਾਰੇ ਛੱਡਦੇ ਨੇ। ਇਹ ਗੱਲ ਵੱਖਰੀ ਹੈ ਵੀ ਉਹ ਚੜ੍ਹਦੀ ਕਲਾ 'ਚ ਰਹੇ, ਪਰ ਦੁਨੀਆ ਤਾਂ ਹੱਦੋਂ ਵੱਧ ਉਹਨਾਂ ਦੁੱਖ ਦੇ ਦਿੱਤਾ। ਤੋ ਇਸ ਵਾਸਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਕਹਿੰਦੇ ਜੇ ਸੁਖ ਦੇਹੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਇਹ ਵਾਹਿਗੁਰੂ, ਜੇ ਤੂੰ ਸਾਨੂੰ ਸੁੱਖ ਦਿੰਦਾ ਤਾਂ ਵੀ ਅਸੀਂ ਤੇਰੀ ਅਰਾਧਨਾ ਕਰਦੇ ਹਾਂ। ਜੇ ਤੂੰ ਸਾਨੂੰ ਦੁੱਖ ਦਿੰਦਾ ਹੈ ਅਤੇ ਤਾਂ ਵੀ ਆਪਾਂ ਕਿਹੜਾ ਛੱਡ ਕੇ ਕਿਤੇ ਹੋਰ ਜਾਣਾ, ਤਾਂ ਵੀ ਤੈਨੂੰ ਧਿਆਵਾਂਗੇ। ਅਤੇ ਇਸ ਲਈ ਸਾਹਿਬਾਂ ਦਾ ਹੁਕਮ ਹੈ, ਜੇ ਸੁੱਖ ਪ੍ਰਾਪਤ ਹੈ ਤਾਂ ਵੀ ਆਪਦੀ ਸੇਜਾ ਨੂੰ ਤਿਆਗ ਕੇ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਅੰਮ੍ਰਿਤ ਵੇਲੇ ਉੱਠ ਕੇ ਪਤੀ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰੀਏ। ਜੇ ਗੁਰਦੁਆਰਾ ਸਾਨੂੰ ਦੂਰ ਪੈਂਦਾ, ਬਹਿਣਾ ਖਲੋਣਾ ਗੁਰਦੁਆਰੇ ਔਖਾ। ਅੱਜ ਕੱਲ੍ਹ ਤਾਂ
ਮੋਬਾਈਲਾਂ 'ਤੇ ਲਾਈਵ ਚੱਲ ਰਿਹਾ ਹਰਿਮੰਦਰ ਸਾਹਿਬ ਦਾ ਕੀਰਤਨ, ਕਿਆ ਸੋਹਣਾ। ਅੱਜ ਰਾਗੀ ਭਾਈ ਲਖਵਿੰਦਰ ਸਿੰਘ ਜੀ ਜਿਹੜੇ ਨੇਤਰਾਂ ਤੋਂ ਮਨਾਖੇ, ਉਹਨਾਂ ਦਾ ਸੁੰਦਰ ਕੀਰਤਨ ਆ ਰਿਹਾ ਸੀ। ਤੋ ਇਸ ਲਈ ਆਪਾਂ ਮਹਾਰਾਜ ਦੇ ਨਾਲ ਜਿੱਥੇ ਵੀ ਹਾਂ ਉੱਥੇ ਜੁੜ ਸਕਦੇ ਹਾਂ। ਪਤੀ ਪਰਮੇਸ਼ਰ ਨੂੰ ਚੇਤੇ ਰੱਖੋ, ਦੁੱਖ ਦੇ ਵਿੱਚ ਵੀ ਮਹਾਰਾਜ ਕਹਿੰਦੇ ਉਹਨੂੰ ਯਾਦ ਰੱਖੋ। ਨਾਨਕ ਕਹੈ ਸਿਆਣੀਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੁੱਖ ਨੂੰ ਵੀ ਇੱਕ ਵਾਹਿਗੁਰੂ ਦੀ ਦਾਤ ਮੰਨਿਆ। ਸੁੱਖ ਤਾਂ ਆਪਾਂ ਦਾਤ ਮੰਨਦੇ ਹੀ ਹਾਂ ਕਿ ਰੱਬ ਨੇ ਸਾਨੂੰ ਸੁੱਖ ਦਿੱਤਾ, ਇਹ ਦਾਤ ਦਿੱਤੀ। ਸਤਿਗੁਰੂ ਨਾਨਕ ਦੇਵ ਜੀ ਦੀ ਭਾਵਨਾ ਵੇਖੋ। ਭਾਈ ਬਾਲੇ ਦੀ ਜਨਮ ਸਾਖੀ ਵਿੱਚ ਜਿੰਨਾ ਦੁੱਖ ਮਰਦਾਨੇ ਨੇ ਭੋਗਿਆ, ਮੈਂ ਸਮਝਦਾ ਵੀ ਸਾਨੂੰ ਤਾਂ 3 ਟਾਈਮ ਮਹਾਰਾਜ ਰੋਟੀ ਦੇ ਰਿਹਾ, ਗੁਰੂ ਕਾ ਲੰਗਰ। ਘਰ ਦੇ ਵਿੱਚ ਮਾਂ ਸਾਡੀ ਭੈਣ ਸਾਡਾ ਪ੍ਰਸ਼ਾਦਾ ਲੇਟ ਕਰ ਸਕਦੀ ਹੈ, ਪਰ ਗੁਰੂ ਕਾ ਲੰਗਰ ਪੂਰੇ ਟਾਈਮ ਸਿਰ 6 ਵਜੇ ਪਾਠੀ ਉੱਠੇ ਨੇ ਅਤੇ ਖਾ ਕੇ ਆਪਦੇ ਕਮਰਿਆਂ 'ਚ ਵੀ ਚਲੇ ਗਏ। ਉੱਠਦਿਆਂ ਸਾਰੀ ਚਾਹ। ਘਰ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ, ਜੇ 12 ਵਜੇ ਨੇ ਅਤੇ ਪੂਰੇ 12 ਵਜੇ ਗੁਰੂ ਕਾ ਲੰਗਰ ਤਿਆਰ ਬਿਲਕੁਲ ਸਮੇਂ ਸਿਰ। 3 ਵਜੇ ਹੀ ਮਾਈਆਂ ਬੀਬੀਆਂ ਪਕਾਉਣ ਲੱਗ ਪੈਂਦੀਆਂ। ਇੱਥੇ ਤਾਂ ਆਨੰਦ ਹੀ ਬੜਾ, ਮੰਗਲ ਹੀ ਬੜੇ ਨੇ, ਸੁੱਖ ਹੀ ਬੜਾ। ਇੰਨੇ ਸੁੱਖ ਵਿੱਚ ਵੀ ਜੇ ਅਸੀਂ ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦੇ ਤਾਂ ਫਿਰ ਸਾਡੀ ਕਮੀ ਹੈ, ਸਾਡੀ ਘਾਟ ਹੈ। ਮਰਦਾਨਾ ਭਾਈ ਸਾਹਿਬ ਵੇਖੋ, ਸਾਰੀ ਉਮਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਤੁਰਿਆ ਫਿਰਦਾ ਰਿਹਾ। ਕਿੰਨੇ ਕਸ਼ਟਾਂ ਦੇ ਵਿੱਚ ਕਈ ਦਿਨ ਪ੍ਰਸ਼ਾਦੇ ਦਾ ਮੂੰਹ ਨਾ ਵੇਖਦੇ, ਕਿਤੇ ਬਹਿਣਾ ਨਹੀਂ, ਕਿਤੇ ਖਲੋਣਾ ਨਹੀਂ, ਕਿਤੇ ਕੋਈ ਆਰਾਮ ਨਹੀਂ। ਉਲਟਾ ਬੱਦ ਬਲਾਵਾਂ ਆ ਕੇ ਘੇਰ ਲੈਂਦੀਆਂ, ਕਦੀ ਕੋਡਾ ਰਾਖਸ਼, ਕਦੀ ਵਲੀ ਕੰਧਾਰੀ ਪੱਥਰ ਸੁੱਟ ਦਿੰਦਾ। ਇੱਕ ਪਾਣੀ ਦਾ ਘੁੱਟ ਵਿਚਾਰੇ ਨੇ ਪੀਣਾ ਅਤੇ ਉਹਦੇ ਪਤਾ ਨਹੀਂ 3 ਫੇਰੇ ਮਰਾਤੇ ਵਲੀ ਕੰਧਾਰੀ ਨੇ, ਪਰ ਘੁੱਟ ਪਾਣੀ ਦਾ ਨਹੀਂ ਪਿਆਇਆ। ਕਿੰਨੀ ਮੁਸ਼ਕਿਲ ਸੀਗੀ। ਹੁਣ ਤਾਂ ਮਹਾਰਾਜ ਨੇ ਕਿਰਪਾ ਹੀ ਬੜੀ ਕੀਤੀ ਹੈ। ਅਤੇ ਇਸ ਲਈ ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਇਹ ਦਾਤਾਰ ਵਾਹਿਗੁਰੂ, ਜੇ ਤੂੰ ਦੁੱਖ ਦਿੱਤਾ ਹੈ ਤਾਂ ਭੁੱਖ ਦਿੱਤੀ ਹੈ, ਇਹ ਵੀ ਇੱਕ ਤੇਰੀ ਦਾਤ ਹੀ ਹੈ। ਇਸ ਲਈ ਮਹਾਰਾਜ ਕਹਿੰਦੇ ਕਿ ਹੇ ਸਿਆਣੀਏ ਬੀਬੀਏ, ਇਹ ਜਗਿਆਸੂ ਰੂਪ ਸਿਆਣੀ ਇਸਤਰੀਏ। ਇਉ ਕੰਤ ਮਿਲਾਵਾ ਹੋਏ। ਇਹ ਵੇਦਾਂ ਸ਼ਾਸਤਰਾਂ ਦੇ ਗਿਆਨ ਵਾਲੀਏ, ਵਿਚਾਰਵਣ ਜਗਿਆਸੂ ਸਖੀਏ। ਇੰਜ ਜੇ ਤੂੰ ਵਾਹਿਗੁਰੂ ਜੀ ਦਾ ਭਾਣਾ ਮੰਨੇਗੀ ਤਾਂ ਪਤੀ ਪਰਮੇਸ਼ਰ ਨਾਲ ਤੇਰਾ ਮਿਲਾਪ ਹੁੰਦਾ ਹੈ। ਪੌੜੀ ਇਹ ਤੀਜੇ ਪਾਤਸ਼ਾਹ, ਕਿਉਂਕਿ ਸੂਹੀ ਦੀ ਵਾਰ ਸ਼ਲੋਕ ਤੇ ਮਹੱਲੇ ਸਤਿਗੁਰਾਂ ਦੇ ਸਾਂਝੇ ਨੇ। ਜਿਹੜੀ ਪੌੜੀਆਂ ਨੇ ਇਹ ਟੋਟਲੀ ਗੁਰੂ ਅਮਰਦਾਸ ਮਹਾਰਾਜ ਦੀਆਂ ਨੇ। ਆਖਰੀ ਪੌੜੀ ਦੇ ਨਾਲ ਸੂਹੀ ਦੀ ਵਾਰ ਸਮਾਪਤ ਕਰ ਰਹੇ ਨੇ। ਹਉ ਕਿਆ ਸਾਲਾਹੀ ਕਿਰਮ ਜਨਤਾ। ਇਹ ਪਰਮੇਸ਼ਰ, ਮੈਂ ਇੱਕ ਛੋਟਾ ਜਿਹਾ ਕੀੜਾ, ਮਤਲਬ ਜੰਤ ਜੀਵ, ਕਿਰਮ ਜੰਤ ਕੀਤਾ ਹੋਇਆ ਦਾਸਾਂ ਦਾ ਦਾਸ, ਤੇਰੀ ਕੀ ਸਲੌਤਾ, ਕੀ ਸਿਫਤ ਕਰ ਸਕਦਾ ਹੈ। ਵੱਡੀ ਤੇਰੀ ਵਡਿਆਈ। ਤੇਰੀ ਜਿਹੜੀ ਵਡਿਆਈ ਮਹਿਮਾ ਹੈ ਇਹ ਬਹੁਤ ਹੀ ਵੱਡੀ ਹੈ। ਤੂੰ ਅਗਮ ਦਿਆਲ ਅਗਮ ਹੈ। ਇਹ ਮਹਾਰਾਜ ਤੂੰ ਸ਼ਾਸਤਰਾਂ ਕਰਕੇ ਅਪਹੁੰਚ ਅਤੇ ਦਇਆ ਦਾ ਘਰ ਹੈ, ਜਾਂ ਮਨ ਕਰਕੇ ਵੀ ਅਗੰਮ, ਬਾਣੀ ਕਰਕੇ ਵੀ ਅਗੰਮ ਹੈ। ਆਪ ਲਹਿ ਮਿਲਾਈ। ਹਰ ਦਿਆਲੂ ਸਰੂਪ ਹੈ, ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਮੈਂ ਤੁਝ ਬਿਨ ਬੇਲੀ ਕੋ ਨਹੀਂ। ਮੇਰਾ ਤੈਥੋਂ ਬਗੈਰ ਇਸ ਲੋਕ ਦੇ ਵਿੱਚ ਕੋਈ ਵੀ ਬੇਲੀ ਮਿੱਤਰ ਨਹੀਂ ਹੈ। ਤੂੰ ਅੰਤ ਸਿਖਾਈ। ਹਰ ਅੰਤ ਅਖੀਰ ਪਰਲੋਕ ਵਿੱਚ ਵੀ
ਮੇਰਾ ਤੂੰ ਹੀ ਸਕਾਈ ਸਹਾਇਕ ਹੈ। ਜੋ ਤੇਰੀ ਸਰਨਾਗਤੀ ਜੋ ਵੀ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਨ, ਤੈਨ ਲਹ ਵਿਛੜਾਈ। ਇਹਨਾਂ ਨੂੰ ਤੂੰ ਜੰਮਣ ਮਰਨ ਜਮਾਂ ਦੇ ਕੋਲੋਂ ਛੁਡਾ ਲੈਂਦਾ ਹੈ। ਨਾਨਕ ਵੇ ਪਰਵਾਹੋ ਹੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਥਨ ਕਰਦੇ ਨੇ ਕਿ ਇਹ ਭਾਈ ਉਹ ਵਾਹਿਗੁਰੂ ਬੇਮੁਤਾਜ ਹੈ। ਤੈਸ ਤਿਲ ਨਾ ਤਮਾਈ। ਉਸ ਨੂੰ ਤਿਲ ਮਾਤਰ ਰਤਾ ਪਰ ਵੀ ਤਮਾ ਲਾਲਚ ਖਵਾਹਿਸ਼ ਨਹੀਂ ਹੈ ਕਿ ਲੋਕ ਮੇਰੀ ਪੂਜਾ ਕਰਨ, ਮੇਰਾ ਸਤਿਕਾਰ ਕਰਨ, ਜਾਂ ਉਹਦੇ ਅੰਦਰ ਤਮ ਆਈ ਅਗਿਆਨ ਦਾ ਹਨੇਰਾ ਅਤੇ ਅਵਿਦਿਆ ਨਹੀਂ ਆਉਂਦੀ ਹੈ। ਰਾਗ ਸੂਹੀ। ਰਾਗ ਦਾ ਨਾਮ ਹੈ ਸੂਹੀ। ਬਾਣੀ ਸ੍ਰੀ ਕਬੀਰ ਜੀਓ। ਇੱਥੋਂ ਭਗਤ ਬਾਣੀ ਪ੍ਰਾਰੰਭ ਹੁੰਦੀ ਹੈ। ਸੋ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਤਥਾ ਸਭਨ ਭਗਤਾਂ ਕੀ। ਕਬੀਰ ਸਾਹਿਬ ਜੀ ਤੋਂ ਇਲਾਵਾ ਹੋਰ ਵੀ ਸਭਨਾ ਭਗਤਾਂ ਦੀ ਬਾਣੀ ਲਿਖਵਾ ਰਹੇ ਹਨ। ਕਬੀਰ ਕੇ। ਸੋ ਸਭ ਤੋਂ ਪਹਿਲਾਂ ਕਬੀਰ ਸਾਹਿਬ ਜੀ ਦੇ ਸ਼ਬਦ ਪ੍ਰਾਰੰਭ ਹੁੰਦੇ ਹਨ। ਇੱਕ ਓੰਕਾਰ ਬੰਦਿਆਂ ਵਰਗੇ ਬੰਦੇ ਨੇ, ਬੀਬੀਆਂ ਵਰਗੀਆਂ ਬੀਬੀਆਂ ਨੇ, ਪਸ਼ੂਆਂ ਵਰਗੇ ਪਸ਼ੂ ਨੇ, ਪੰਛੀਆਂ ਵਰਗੇ ਪੰਛੀ ਨੇ, ਪਰ ਰੱਬ ਵਰਗਾ ਕੋਈ ਹੋਰ ਦੂਜਾ ਰੱਬ ਨਹੀਂ ਹੈ। ਉਹ ਅਦੁੱਤੀ ਬ੍ਰਹਮ ਹੈ ਔਰ ਉਹ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅਵਤਰ ਆਏ ਕਹਾਂ ਤੁਮ ਕੀਨਾ। ਆਮ ਲੋਕਾਂ ਦੀ ਇਹ ਗੱਲ ਬਣਾਈ ਹੋਈ ਹੈ। ਆ ਜਿਹੜੇ ਬਹੁਤੇ ਹੀ ਪੜ੍ਹੇ ਲਿਖੇ ਨੇ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ। ਆਮ ਹੀ ਲੋਕ ਤੁਸੀਂ ਸੁਣੋਗੇ ਆਖੇ ਜੀ ਬਾਰ-ਬਾਰ ਪਾਠ ਕਰਨ ਦਾ ਕੀ ਫਾਇਦਾ, ਇਹ ਤਾਂ ਤੋਤੇ ਵਰਗੀ ਰੱਟ ਹੈ। ਅਖੰਡ ਪਾਠਾਂ ਦੀਆਂ ਲੜੀਆਂ ਦਾ ਕੋਈ ਫਾਇਦਾ ਨਹੀਂ, ਸਹਿਜ ਪਾਠਾਂ ਦਾ ਕੋਈ ਫਾਇਦਾ ਨਹੀਂ, ਅਤੇ ਕੀਰਤਨ ਦਾ ਕੋਈ ਫਾਇਦਾ ਨਹੀਂ, ਕਥਾ ਦਾ ਕੋਈ ਫਾਇਦਾ ਨਹੀਂ, ਗੁਰਦੁਆਰੇ ਆਉਣ ਦਾ ਕੋਈ ਫਾਇਦਾ ਨਹੀਂ। ਕਿਉਂ ਫਾਇਦਾ ਨਹੀਂ? ਕਿਉਂਕਿ ਜੇ ਮੰਨਿਆ ਨਹੀਂ। ਗੱਲ ਤਾਂ ਸਹੀ ਹੈ, ਪਰ ਇੱਕ ਬੰਦਾ ਨਹਾ ਧੋ ਕੇ ਆਇਆ, ਉਹਦਾ ਮਨ ਹੀ ਤੋੜ ਦੇਣਾ। ਮੰਨੂਗਾ ਤਾਂ ਹੀ ਜੇ ਬੈਠ ਕੇ ਸੁਣੂਗਾ। ਜੇ ਆਉਂਦਿਆਂ ਹੀ ਕਹਿਤਾ ਵੀ ਤੇਰਾ ਕੋਈ ਫਾਇਦਾ ਨਹੀਂ, ਅਗਲਾ ਸੋਚੂ ਵੀ ਚੰਗੀ ਗੱਲ ਹੈ। ਨਹਾ ਧੋ ਕੇ ਗੁਰਦੁਆਰੇ ਆਏ ਆ, ਇੱਥੇ ਕਹਿੰਦੇ ਫਾਇਦਾ ਹੀ ਕੋਈ ਨਹੀਂ। ਤੇ ਇਸ ਵਾਸਤੇ ਇਹ ਗੱਲ ਬਿਲਕੁਲ ਗਲਤ ਹੈ ਔਰ ਹੰਕਾਰ ਵਾਲੀ ਹੈ। ਜੇ ਰੱਬ ਨੇ ਸਾਨੂੰ ਗਿਆਨੀ ਬਣਾਇਆ ਤੇ ਨਾਮ ਵੀ ਸੰਗਤ ਨੇ ਦਿੱਤਾ, ਪੜ੍ਹਾਈ ਵੀ ਸੰਗਤ ਨੇ ਕਰਾਈ, ਜੇ ਅਸੀਂ ਗਿਆਨੀ ਬਣ ਗਏ ਹਾਂ ਵੀ ਇਹ ਥੋੜ੍ਹਾ ਵੀ ਸੰਗਤ ਐਵੇਂ ਹੀ ਹੈ, ਕਿਸੇ ਨੂੰ ਪਤਾ ਹੀ ਕੁਛ ਨਹੀਂ। ਅਖੇ ਜੀ ਬਾਣੀ ਤਾਂ ਜੋ ਕਹਿੰਦੀ ਹੈ ਇਹਨੂੰ ਅਮਲ ਵਿੱਚ ਲਿਆਓ, ਪੜ੍ਹਨ ਦਾ ਕੋਈ ਫਾਇਦਾ ਨਹੀਂ। ਜਿਸ ਤਰ੍ਹਾਂ ਅੱਜ ਕੱਲ੍ਹ ਰਾਧਾ ਸੁਆਮੀ, ਸਰਸੇ ਸਾਰ ਵਾਲੇ, ਨਕਲੀ ਨਿਰੰਕਾਰੀ, ਆ ਨਾਮਧਾਰੀ ਆਪ ਤਾਂ ਬਾਣੀ 'ਚੋਂ ਹੀ ਕਥਾ ਕਰਕੇ ਸੁਣਾਉਂਦੇ ਨੇ, ਪਰ ਕਹਿੰਦੇ ਵੀ ਤੁਸੀਂ ਨਾ ਪੜ੍ਹੋ। ਕਿਉਂ ਨਾ ਪੜ੍ਹੋ? ਵੀ ਜੇ ਤੁਸੀਂ ਪੜ੍ਹ ਲਈ ਫਿਰ ਸਾਡੇ ਕੋਲ ਕੌਣ ਆਊਗਾ? ਮਤਲਬ ਅਸੀਂ ਤੁਹਾਨੂੰ ਇਹਦੀ ਵਿਚਾਰ ਸੁਣਾਵਾਂਗੇ, ਅਸੀਂ ਸਮਝਾਉਂਦੇ ਹਾਂ ਤਾਂ ਤੁਹਾਨੂੰ ਸਮਝ ਆਊਗੀ। ਬਾਣੀ ਤਾਂ ਕਹਿੰਦੀ ਆਖੇ ਨਾਮ ਜਪੋ ਅਤੇ ਲਓ ਮਾਲਾ। ਮਾਲਾ ਸਾਡੇ ਕੋਲ ਲਓ, ਗੁਰੂ ਸਾਨੂੰ ਮੰਨੋ ਅਤੇ ਤੁਸੀਂ ਨਾਮ ਜਪੋ। ਅਤੇ ਨਾਮ ਵੀ ਆਪਣਾ ਹੀ ਉਹ ਦਿੰਦੇ ਨੇ, ਨਾਮਧਾਰੀ ਵਾਹੋ ਵਾਹੋ ਦਿੰਦੇ ਨੇ, ਨਾਲ ਮਾਲਾ ਫੜਾਉਂਦੇ ਆਸਣ ਦਿੰਦੇ ਵੀ ਵਾਹੋ ਵਾਹੋ ਦੀ ਮਾਲਾ ਫੇਰੋ। ਅਤੇ ਸਰਸੇ ਵਾਲਾ ਤਾਂ ਹੁਣ ਵਰਕਾ ਹੀ ਪਾੜ ਗਿਆ। ਇਹਦੇ 3 ਸੀਗੇ, ਸ਼ਬਦ ਸਰੂਪੀ ਰਾਮ, ਸਤਿਪੁਰਖ ਅਤੇ ਅਕਾਲ ਮੂਰਤ। ਇਹ ਗੁਰਬਾਣੀ ਦੇ ਅੱਖਰ ਚੋਰੀ ਕੀਤੇ ਹੋਏ ਨੇ। ਸੋ ਬਿਆਸਾ ਵਾਲੇ ਓਮ ਸੋਹੰ ਅਤੇ ਰਾਰੰਕਾਰ ਅਤੇ ਸੋਹੰ ਅਤੇ ਸਤਨਾਮ, ਇਹ ਉਹ 5 ਮੰਤਰ ਦਿੰਦੇ ਨੇ। ਕੁਛ ਗੁਰਬਾਣੀ 'ਚੋਂ ਨੇ, ਕੁਛ ਉਹਨਾਂ ਦੇ ਆਪਣੇ ਨੇ।
ਅਖੇ ਜੀ ਇਹ ਨਾਮ ਤੁਸੀਂ ਮਾਲਾ ਦੇ ਨਾਲ ਜਪੋ, ਨਿਤਨੇਮ ਨਾ ਕਰੋ। ਤੇ ਆਮ ਤੌਰ 'ਤੇ ਮੈਂ ਇਹ ਵੀ ਸੁਣਿਆ ਸ੍ਰੀ ਸੁਖਮਨੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਹੈ ਤਾਂ ਸੁਖਮਨੀ ਸਾਹਿਬ ਵੀ ਬਾਣੀ ਹੈ, ਤੇ ਪਰ ਇਕੱਲਾ ਸੁਖਮਨੀ ਸਾਹਿਬ ਹੀ ਪੜ੍ਹੀ ਜਾਓ, 5 ਬਾਣੀਆਂ ਪੜ੍ਹੀਆਂ ਹੀ ਨਹੀਂ। ਸਭ ਤੋਂ ਪਹਿਲੀ ਬਾਣੀ ਤਾਂ ਜਪਜੀ ਸਾਹਿਬ ਹੈ। ਪਹਿਲਾਂ ਜਪਜੀ ਸਾਹਿਬ ਤਾਂ ਪੜ੍ਹੋ ਗੁਰਮੁਖੋ, ਫਿਰ ਸੁਖਮਨੀ ਸਾਹਿਬ ਪੜ੍ਹੋ। ਨਿਤਨੇਮ ਤਾਂ ਕਰੋ ਨਾ, ਨਿਤਨੇਮ ਤਾਂ ਜ਼ਰੂਰੀ ਹੈ। ਜਾਪ ਸਾਹਿਬ, ਸਵਈਏ, ਚੌਪਈ ਤੇ ਆਨੰਦ ਸਾਹਿਬ ਉਹ ਤਾਂ ਪੜ੍ਹਿਆ ਨਹੀਂ। ਇਕੱਲਾ ਸੁਖਮਨੀ ਸਾਹਿਬ ਦੇ ਨਾਲ ਹੀ ਨਿਤਨੇਮ ਥੋੜ੍ਹਾ ਹੋ ਗਿਆ। ਰਹਿ ਰਸ ਵੀ ਜ਼ਰੂਰੀ ਹੈ, ਕੀਰਤਨ ਸੋਹਿਲਾ ਵੀ ਜ਼ਰੂਰੀ ਹੈ। ਕਈ ਵਾਰ ਆਪਾਂ ਸੋਚਦੇ ਹਾਂ ਵੀ ਮਹਾਰਾਜ ਦੇ ਚਰਨੀ ਲੱਗੋ, ਕਈ ਇਹ ਪ੍ਰਚਾਰ ਕਰਦੇ ਨੇ ਵੀ ਗੁਰੂ ਜੀ ਦੇ ਚਰਨੀ ਲੱਗੋ, ਮਤਲਬ ਸਹਿਜ ਪਾਠ ਦਾ ਨਿਤਨੇਮ ਕਰੋ। ਅਤੇ ਸਹਿਜ ਪਾਠ ਤਾਂ ਆਪਾਂ ਕਈ ਵਾਰ ਕਰਨ ਲੱਗ ਪੈਂਦੇ ਹਾਂ, ਪਰ 5 ਬਾਣੀਆਂ ਦਾ ਨਿਤਨੇਮ ਕਰਦੇ ਹੀ ਨਹੀਂ। ਉਹ ਤਾਂ ਕੰਪਲਸਰੀ ਆ। ਅਖੰਡ ਪਾਠ ਸਾਹਿਬ 'ਤੇ ਵੀ ਰੌਲਾ ਲਾਈ ਜਾਂਦੇ ਆ, ਉਹ ਤਾਂ ਇੱਕ ਡਿਊਟੀ ਹੋ ਗਈ, ਉਹ ਤਾਂ ਇੱਕ ਸਾਡਾ ਪੇਸ਼ਾ ਹੋ ਗਿਆ, ਨੌਕਰੀ ਹੋ ਗਈ। ਤਾਂ ਆਪਦੀ ਆਤਮਾ ਦੇ ਭਲੇ ਲਈ ਵੀ ਤਾਂ 5 ਬਾਣੀਆਂ ਦਾ ਪਾਠ ਚਾਹੀਦਾ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸ਼ਰਧਾ, ਪਿਆਰ, ਸਤਿਕਾਰ ਦੇ ਸਹਿਤ, ਨਿਸ਼ਕਾਮਤਾ ਦੇ ਨਾਲ ਗੁਰਬਾਣੀ ਦਾ ਨਿਤਨੇਮ ਜ਼ਰੂਰੀ ਹੈ। ਜੇ ਕੋਈ ਆਖੇ ਇਹਦਾ ਨਹੀਂ ਫਾਇਦਾ, ਉਹਦਾ ਨਹੀਂ ਫਾਇਦਾ, ਅਤੇ ਕਬੀਰ ਜੀ ਕਹਿੰਦੇ ਵੀ ਤੂੰ ਇਹ ਸਾਨੂੰ ਦੱਸ ਤੇਰੇ ਜੰਮਣ ਦਾ ਕੀ ਫਾਇਦਾ? ਕੋਈ ਮਾਂ ਨੂੰ ਸੁੱਖ ਦਿੱਤਾ ਹੀ ਉਹ? ਕਦੀ ਨਹੀਂ। ਲੜਦਾ ਰਿਹਾ। ਕਦੀ ਪਿਓ ਦੀ ਗੱਲ ਮੰਨੀ ਆ? ਬਿਲਕੁਲ ਨਹੀਂ। ਤੋ ਇਸ ਵਾਸਤੇ ਜਿਹੜਾ ਆਪਦੇ ਸਕੇ ਭਰਾ ਦਾ, ਮਾਂ ਪਿਓ ਦਾ, ਘਰਦਿਆਂ ਦਾ ਨਹੀਂ ਬਣਿਆ, ਉਹ ਗੁਰਦੁਆਰੇ ਦਾ ਕੀ ਸਵਾਰੂ ਆ ਕੇ ਰੌਲਾ ਪਾਊਗਾ? ਕਿਤੇ ਵੀ ਵੇਖ ਲਿਓ, ਜਿਹੜਾ ਇਨਸਾਨ ਤਰਕਸ਼ੀਲ ਹੁੰਦਾ ਉਹਦੀ ਬੈਕਗਰਾਊਂਡ ਸਹੀ ਨਹੀਂ ਹੁੰਦੀ। ਅਤੇ ਇਸ ਵਾਸਤੇ ਸਾਡੇ ਜੰਮਣ ਦਾ ਵੀ ਫਿਰ ਕੋਈ ਫਾਇਦਾ ਨਹੀਂ ਜੇ ਬਾਣੀ ਦਾ ਕੋਈ ਫਾਇਦਾ ਨਹੀਂ। ਕਬੀਰ ਜੀ ਕਹਿੰਦੇ ਅਵਤਰ ਆਏ, ਇਹ ਬੰਦਿਆ, ਇਹ ਮਨੁੱਖਾ, ਇਹ ਮੇਰੇ ਭਰਾਵਾ, ਤੂੰ ਜੰਮ ਕੇ ਆ ਤਾਂ ਗਿਆ, ਮਾਂ ਨੂੰ ਤਾਂ ਦੁੱਖ ਦਿੱਤਾ, 9 ਮਹੀਨੇ ਕਸ਼ਟ ਉਹਨੇ ਵਿਚਾਰੀ ਨੇ ਭੋਗਿਆ, ਅਤੇ ਤੂੰ ਉਹਦਾ ਵੀ ਸਤਿਕਾਰ ਨਹੀਂ ਕੀਤਾ। ਦੱਸ ਕੀ ਤੇਰੇ ਜੰਮਣ ਦਾ ਫਾਇਦਾ ਹੋਇਆ? ਇਹਦੇ ਨੂੰ ਤਾਂ ਨਾ ਹੀ ਤੂੰ ਜੰਮਦਾ ਤਾਂ ਹੀ ਚੰਗਾ ਸੀਗਾ। ਤੂੰ ਆ ਕੇ ਕੀਤਾ ਕੀ, ਸਵਾਰਿਆ ਕੀ? ਦੱਸ। ਨਾ ਘਰਦਿਆਂ ਦਾ, ਨਾ ਕੋਈ ਗੁਰੂ ਘਰ ਦੀ ਸੇਵਾ ਕੀਤੀ, ਕੋਈ ਪਰਉਪਕਾਰ ਨਹੀਂ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ। ਜਾਂ ਇਸੇ ਪ੍ਰਕਾਰ ਅਵਤਰ ਆਏ, ਔਂਤਰਿਆ ਨਖੱਤਿਆ ਪੁਰਖਾ, ਤੂੰ ਦੱਸ ਕੀਤਾ ਕੀ ਹੈ? ਇਸੇ ਤਰ੍ਹਾਂ ਅਵਤਰ ਆਏ, ਦੁਸ਼ਤਰ ਭਾਵ ਕਠਿਨਤਾਈ ਨਾਲ ਤਰਨ ਵਾਲੇ ਸੰਸਾਰ ਸਮੁੰਦਰ 'ਚ ਆ ਕੇ ਤੂੰ ਸਾਨੂੰ ਇਹ ਦੱਸ ਕੇ ਜਾ ਵੀ ਤੂੰ ਕੀਤਾ ਕੀ ਹੈ। ਇਸੇ ਤਰ੍ਹਾਂ ਅਵਤਰ ਆਏ, ਤਰਨ ਤੋਂ ਰਹਿਤ ਡੁੱਬਣ ਜੋਗਿਆ, ਤੂੰ ਡੋਬੀ ਜਾਂਦਾ ਤਾਂ ਚੰਗਾ ਸੀਗਾ। ਹੋਰ ਜੋਨੀਆਂ ਦੇ ਵੱਲੋਂ ਮਨੁੱਖਾ ਜਨਮ ਦੇ ਵਿੱਚ ਉਤਰ ਕੇ ਕੀ ਤੂੰ ਲਾਭ ਵਾਲਾ ਕੰਮ ਕੀਤਾ? ਕੋਈ ਚੰਗਾ ਕੰਮ ਕੀਤਾ? ਕੋਈ ਪ੍ਰੋਫਿਟ ਵਾਲਾ? ਸਭ ਕੰਮ ਗਲਤ ਕੀਤੇ। ਤੂੰ ਤਾਂ ਸਜ਼ਾ ਦਾ ਹੱਕਦਾਰ ਹੈ। ਜੇ ਪਤਾ ਲੱਗ ਜਾਏ ਤਾਂ ਤੂੰ ਤਾਂ ਇੱਥੇ ਟਿਕ ਨਹੀਂ ਸਕਦਾ। ਤੂੰ ਦੂਜਿਆਂ ਦੀਆਂ ਗਲਤੀਆਂ ਕੱਢਦਾ ਹੈ। ਮਾਸਟਰ ਨੇ ਬੱਚਿਆਂ ਨੂੰ ਆਖਿਆ ਕਿ ਮੋਰ ਬਣਾਓ, ਕਿਸੇ ਨੂੰ ਬਣਾਉਣਾ ਨਹੀਂ ਆਇਆ, ਅਤੇ ਇੱਕ ਨੇ ਹਿਆ ਕੀਤਾ, ਕਹਿੰਦੇ ਮਾਸਟਰ ਜੀ ਮੈਂ ਬਣਾਵਾਂ? ਕਹਿੰਦੇ ਹਾਂ ਬਣਾ। ਉਹਨੇ ਵਿਚਾਰੇ ਨੇ ਆਪਦੀ ਵੱਲੋਂ ਸਾਰਾ ਜ਼ੋਰ ਲਾ ਕੇ ਬੜਾ ਸੋਹਣਾ ਮੋਰ ਬਣਾਇਆ। ਫਿਰ ਉਹ ਮਾਸਟਰ ਨੇ ਆਖਿਆ ਵੀ ਬੱਚਿਓ, ਇਸ ਮੋਰ ਦੇ ਵਿੱਚ ਗਲਤੀਆਂ ਕੱਢੋ। ਉਹ ਮੇਰੇ ਵਰਗੇ ਸਾਰੇ ਉੱਠ ਕੇ ਖੜ੍ਹੇ ਹੋ ਗਏ, ਮਾਰ ਮਾਰ ਲਕੀਰਾਂ। ਉਹ ਮੋਰ ਵਿਚਾਰੇ ਦੀ ਸ਼ਕਲ ਹੀ ਵਿਗਾੜ ਸੁੱਟੀ। ਉਹ ਵਿਚਾਰਾ ਉਦਾਸ ਹੋ ਗਿਆ ਜਿਹਨੇ ਬਣਾਇਆ ਸੀ ਵੀ ਮੈਂ ਬੜਾ ਸੋਹਣਾ ਮੋਰ ਬਣਾਇਆ, ਇਹਨਾਂ ਗਲਤੀਆਂ ਕੱਢ ਕੱਢ ਕੇ, ਪੈਨ ਮਾਰ ਮਾਰ ਕੇ ਇਹਨੂੰ ਕਾਗਜ਼ ਨੂੰ ਕਾਲਾ ਹੀ ਕਰ ਸੁੱਟਿਆ। ਮਾਸਟਰ ਕਹਿੰਦਾ ਵੀ ਵੇਖ ਲਓ, ਗਲਤੀਆਂ ਕੱਢਣ ਨੂੰ ਸਾਰੇ ਸ਼ੇਰ ਨੇ, ਪਰ ਬਣਾਉਂਦਾ ਕੋਈ ਨਹੀਂ ਹੈ। ਕਿਸੇ 'ਚ ਤਾਕਤ ਨਹੀਂ, ਕਿਸੇ 'ਚ ਕੋਈ ਕਲਾਕਾਰ ਹੁੰਦਾ। ਤਾਂ ਇਉਂ ਚੀਜ਼ ਬਣਾਉਣੀ ਔਖੀ ਹੈ। ਪੈਨ ਮਾਰ ਮਾਰ ਕੇ ਗਲਤੀਆਂ ਕੱਢਣੀਆਂ ਬੜੀਆਂ ਸੌਖੀਆਂ ਨੇ। ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ,
ਉਹਦੇ ਕੁਛ ਨਿਯਮ ਨੇ। ਇੱਕ ਤਾਂ ਜਿਸ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਅਖੰਡ ਪਾਠ ਦੀ ਰੌਲ ਲਾਉਣੀ ਹੋਵੇ, ਉਹਦੀ ਬੋਧੀ ਦੇ ਵਿੱਚ ਬਟੂਆ ਪਰਸ ਨਹੀਂ ਹੋਣਾ ਚਾਹੀਦਾ। ਇੱਕ ਪਰਸ ਚਮੜੇ ਦਾ ਹੁੰਦਾ, ਲੈਦਰ ਦਾ ਹੁੰਦਾ, ਬਾਕੀ ਜੂਠੇ ਮਿੱਠੇ ਹੱਥ ਲੱਗੇ ਹੁੰਦੇ, ਜਾਂ ਕੋਈ ਉਹਨਾਂ ਦਾ ਆਪਦਾ ਨਿਯਮ ਹੈ ਮਾਇਆ ਧੇਲੇ ਦਾ, ਉਹ ਗੱਲ ਵੱਖਰੀ ਹੈ। ਇੱਕ ਉਹਦੀ ਜੇਬ ਦੇ ਵਿੱਚ ਮੋਬਾਈਲ ਨਹੀਂ ਹੋਣਾ ਚਾਹੀਦਾ। ਕਿਤੇ ਕੋਈ ਭੁੱਲ ਭੁਲੇਖੇ ਬੈਲ ਵੱਜ ਗਈ, ਉਹ ਡਿਸਟਰਬੈਂਸ ਹੁੰਦੀ ਹੈ। ਅਤੇ ਇਸ ਵਾਸਤੇ ਇੱਕ ਪੈਨ ਨਹੀਂ ਹੋਣਾ ਚਾਹੀਦਾ। ਮੈਂ ਨਵੀਂ ਗੱਲ ਸੁਣੀ ਵੀ ਪੈਨ ਵੀ ਮਨਾ ਕਰਦੇ ਨੇ। ਕਿਉਂ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਛਪੇ ਹੁੰਦੇ ਨੇ, ਉਹ ਮੇਰੇ ਵਰਗੇ ਨੂੰ ਪਤਾ ਤਾਂ ਹੁੰਦਾ ਨਹੀਂ ਵੀ ਅੱਖਰ ਕੀ ਹੈ। ਕਈ ਆਪਦੇ ਕੋਲੋਂ ਔਂਕੜ ਪਾਈ ਜਾਣਗੇ, ਆਪਦੇ ਕੋਲੋਂ ਹੀ ਸਿਹਾਰੀਆਂ ਪਾਈ ਜਾਣਗੇ, ਆਪਦੇ ਕੋਲੋਂ ਹੀ ਅਧਕ ਪਾਈ ਜਾਣਗੇ। ਮੈਨੂੰ ਤਾਂ ਬਹੁਤ ਗੁੱਸਾ ਚੜ੍ਹਦਾ, ਕਿਉਂਕਿ ਜਿਸ ਦਿਨ ਪੋਥੀ ਮੈਂ ਹੱਥ ਵਿੱਚ ਫੜੀ ਅਤੇ ਉਸਤਾਦ ਦੀ ਇਹੀ ਸਿੱਖਿਆ ਸੀਗੀ ਕਿ ਜਿਹੜਾ ਪੈਨ ਹੈ ਅਤੇ ਕਾਪੀ ਹੈ ਇਹ ਆਪਦੀ ਅਲੱਗ ਰੱਖਣੀ ਹੈ, ਪੋਥੀ 'ਤੇ ਪੈਨ ਨਹੀਂ ਮਾਰਨਾ। ਖਾਸ ਕਰਕੇ ਜਿਸ ਗੁਰਬਾਣੀ ਦੀ ਪੋਥੀ ਵਿੱਚ ਗੁਰਬਾਣੀ ਲਿਖੀ ਹੋਈ ਹੈ ਜਾਂ ਬਾਣੀ ਦੇ ਅਰਥ ਲਿਖੇ ਹੋਏ ਨੇ, ਉਹਦੇ 'ਤੇ ਪੈਨ ਨਹੀਂ ਮਾਰਨਾ। ਇਸ ਤਰ੍ਹਾਂ ਦਾ ਕੋਈ ਮੈਂ ਲਿਖੂੰਗਾ, ਕੋਈ ਕੁਛ ਹੋਰ ਲਿਖੇਗਾ, ਪੋਥੀਆਂ ਖਰਾਬ ਹੋ ਜਾਣਗੀਆਂ, ਕਾਗਜ਼ ਕਾਲੇ ਹੋ ਜਾਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਨਿਭ ਲਾਉਣੀ ਇੱਕ ਬਹੁਤ ਵੱਡਾ ਪਾਪ ਹੈ। ਜੇ ਤੁਹਾਨੂੰ ਨਹੀਂ ਸ਼ੋਰ ਪਤਾ ਨਹੀਂ ਹੈ ਤਾਂ ਬਿਨਾਂ ਪਤੇ ਤੋਂ ਅੱਖਰ ਨੂੰ ਸਹੀ ਕਰਨਾ ਇੱਕ ਬਹੁਤ ਵੱਡਾ ਗੁਨਾਹ ਹੈ। ਇਸ ਲਈ ਚੰਗੀ ਤਰ੍ਹਾਂ ਵਿਚਾਰ ਕਰਕੇ ਸੋਚ ਕੇ, ਜੇ ਕੋਈ ਬਹੁਤੀ ਵੱਡੀ ਗਲਤੀ ਹੈ, ਮਿਸ ਪ੍ਰਿੰਟਿੰਗ ਹੈ, ਫਿਰ ਆਪਾਂ ਵਿਚਾਰ ਕਰਕੇ ਉਹਨੂੰ ਕਰ ਸਕਦੇ ਹਾਂ। ਅਤੇ ਉਹ ਪੈਨ ਮਾਰਨਾ ਇੱਕ ਗੁਨਾਹ ਹੈ, ਪੈਨ ਹੋਣਾ ਨਹੀਂ ਚਾਹੀਦਾ। ਤਾਂ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਵੀ ਆਪਾਂ ਗਲਤੀਆਂ ਕੱਢਦੇ ਹਾਂ, ਸੰਗਤ ਦੇ ਵਿੱਚ ਵੀ ਗਲਤੀਆਂ ਕੱਢਦੇ ਹਾਂ ਕਿ ਸੰਗਤ ਨੇ ਇੰਝ ਨਹੀਂ ਕੀਤਾ, ਸੰਗਤ ਨੇ ਉਂਝ ਨਹੀਂ ਕੀਤਾ। ਜੇ ਗੁਰੂ ਸਾਹਿਬ ਸਾਨੂੰ ਪੁੱਛਣ ਵੀ ਤੂੰ ਕੀ ਕਰਦਾ ਭਾਈ, ਸਾਨੂੰ ਕੋਈ ਜਵਾਬ ਨਹੀਂ ਹੈ। ਇਸ ਲਈ ਇਹ ਡੁੱਬਣ ਜੋਗਿਆ ਤੂੰ ਬੰਦਾ ਬਣ ਕੇ ਦੱਸ ਕੀ ਕੀਤਾ। ਤੇਰੇ ਨੂੰ ਤਾਂ ਡੰਗਰ ਹੀ ਚੰਗੇ ਨੇ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਅਵਤਾਰ ਆਏ ਕਹਾ ਤੁਮ ਕੀਨਾ, ਤੂੰ ਆਵ ਅਤਿਸ਼ੇ ਕਰਕੇ ਸੰਸਾਰ ਸਮੁੰਦਰ ਤੋਂ ਤਰਨ ਲਈ ਮਨੁੱਖਾ ਜਨਮ ਦੇ ਵਿੱਚ ਆਇਆ ਹੈ, ਪਰ ਤੂੰ ਤਰਨ ਲਈ 10 ਉਪਾਅ ਕੀ ਕੀਤਾ ਹੈ? ਕੋਈ ਯਤਨ ਕੀਤਾ ਅੱਜ ਤੱਕ ਤਰਨ ਦਾ? ਸਭ ਡੁੱਬਣ ਵਾਲੀਆਂ ਗੱਲਾਂ ਕੀਤੀਆਂ ਨੇ। ਰਾਮ ਕੋ ਨਾਮ ਨਾ ਕਬਹੂ ਲੀਨਾ, ਇੱਕ ਵਾਰ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਰਾਮ ਨਾਮ ਹੈ ਰਮੇ ਪਰਮੇਸ਼ਰ ਦਾ, ਰਮੇ ਹੋਏ ਪਰਮੇਸ਼ਰ ਦਾ ਨਾਮ ਤਾਂ ਤੂੰ ਕਦੇ ਵੀ ਨਹੀਂ ਲੈਣਾ ਕੀਤਾ, ਨਾ ਸਵੇਰੇ ਨਾ ਸ਼ਾਮ। ਸਾਡਾ ਮਨ ਇੰਨਾ ਬੇਈਮਾਨ ਹੈ, ਇਹਦਾ ਬੇੜਾ ਇੰਨਾ ਬੈਠਾ ਹੋਇਆ, ਵੱਡਿਆਂ ਰੂਹ ਨਹੀਂ ਕਰਦਾ ਵੀ ਗੁਟਕਾ ਬੰਦਾ ਫੜ ਕੇ ਕੋਈ ਨਿਤਨੇਮ ਕਰ ਲੇ। ਰਾਤ ਨੂੰ ਸੋਚੀਦਾ ਵੀ ਥੱਕ ਗਏ ਹੁਣ ਸੌਂ ਜਾਓ, ਸਵੇਰੇ ਸਵਖਤੇ ਉੱਠ ਕੇ ਪਾਠ ਕਰਾਂਗੇ, ਅਤੇ ਉਦੋਂ ਹੀ ਪਤਾ ਲੱਗਦਾ ਜਦੋਂ ਦਿਨ ਚੜ੍ਹ ਗਿਆ। ਅਤੇ 8 ਵਜੇ ਤੋਂ ਬਾਅਦ ਫਿਰ ਕੰਮ ਕਾਰ ਸ਼ੁਰੂ ਹੋ ਜਾਂਦੇ ਨੇ, ਸਾਰੀ ਦਿਹਾੜੀ ਚੱਲ ਸੋ ਚੱਲ, ਕਦੀ ਬਿੱਲ ਤਾਰਨਾ ਹੈ, ਕਦੀ ਕੁਛ ਕਦੀ ਕੁਛ, 100 ਕੰਮ ਨੇ। ਵਿਹਲਾ ਬੰਦਾ ਵੀ ਤੁਰਿਆ ਫਿਰਦਾ, ਆਪਦਾ ਟਾਈਮ ਗੁਜ਼ਾਰਦਾ। ਜਿਹੜਾ ਟਾਈਮ ਲੰਘ ਜਾਏ ਆਪਾਂ ਸੋਚਦੇ ਹਾਂ ਵੀ ਉਹੀ ਚੰਗਾ, ਬਾਣੀ ਨਾ ਪੜ੍ਹਨੀ ਪਈ। ਹੋਰ ਕੰਮਾਂ ਲਈ ਸਮਾਂ ਕੱਢਦੇ ਹਾਂ, ਪਰ ਪਾਠ ਵਾਸਤੇ ਅਸੀਂ ਬਹਾਨੇ ਭਾਲਦੇ ਹਾਂ। ਸ਼ਾਮ ਨੂੰ ਫਿਰ ਥੱਕ ਗਏ, ਰੋਟੀ ਪਾਣੀ ਖਾ ਕੇ ਫਿਰ ਸੌਂ ਗਏ, ਹੁਣ ਰਾਤ ਪੈ ਗਈ, ਹੁਣ ਆਪਾਂ ਕੀ ਕਰੀਏ, ਹੁਣ ਤਾਂ ਹਨੇਰਾ ਹੋ ਗਿਆ। ਇਸ ਵਾਸਤੇ ਆਨੇ ਬਹਾਨੇ ਸਮਾਂ ਟਪਾਈ ਜਾਂਦੇ ਆ। ਕਬੀਰ ਸਾਹਿਬ ਜੀ ਦਾ ਬਚਨ ਹੈ, ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ। ਕਾਲ ਨੇ ਆ ਕੇ ਸਾਨੂੰ ਘੇਰ ਲੈਣਾ ਹੈ, ਇਸ ਲਈ ਕਬੀਰ ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਇ ਤਾਲ, ਪਾਛੇ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਤੂੰ ਕਦੀ ਵੀ
ਸਹੁੰ ਖਾਣ ਜੋਗਾ ਵੀ ਰੱਬ ਦਾ ਨਾਮ ਨਹੀਂ ਲਿਆ। ਕਿਤੇ ਕੋਈ ਮੱਸਿਆ ਸੰਗਰਾਂਦ ਕੋਈ ਐਤਵਾਰ ਦਾ ਦਿਨ ਹੀ ਬੰਦਾ ਰੱਖ ਲਏ, ਬਿਲਕੁਲ ਨਹੀਂ। ਰਾਮ ਨ ਜਪਹੁ ਕਵਨ ਮਤ ਲਾਗੇ। ਰਾਮ ਪਰਮੇਸ਼ਰ ਨੂੰ ਤੂੰ ਜਪਦਾ ਨਹੀਂ ਹੈ, ਕਿਹੜੀ ਖੋਟੀ ਸਿੱਖਿਆ ਵਿੱਚ ਲੱਗਿਆ ਹੋਇਆ ਹੈ। ਜਿਹੜੀ ਖੋਟੀ ਸਿੱਖਿਆ ਤੂੰ ਗ੍ਰਹਿਣ ਕੀਤੀ ਹੈ ਉਹ ਤਾਂ ਅਸੀਂ ਤੈਨੂੰ ਦੱਸੀ ਨਹੀਂ। ਚੰਗੀਆਂ ਗੱਲਾਂ ਵਾਸਤੇ ਵੇਖੋ ਸਪੀਕਰ ਦੀ ਲੋੜ ਹੈ, ਕਿੰਨਾ ਖਰਚਾ ਹੈ ਸਾਊਂਡ ਦਾ, ਸੋਹਣੀ ਵਿਛਾਈ, ਸੋਹਣੀਆਂ ਲਾਈਟਾਂ, ਕਿੰਨਾ ਜੁਗਾੜ ਕੀਤਾ ਹੋਇਆ। ਉੱਪਰ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਣਾ, ਅਰਬਾਂ ਰੁਪਈਆ ਸੰਗਤ ਦਾ ਲੱਗਾ ਹੈ। ਕਾਹਦੇ ਵਾਸਤੇ? ਕਿ ਕੋਈ ਚੰਗੀ ਗੱਲ ਸਾਡੇ ਕੰਨੀ ਪਏ, ਪਰ ਫਿਰ ਵੀ ਆਪਾਂ ਨਹੀਂ ਸੁਣਦੇ। ਖੋਟੀ ਸਿੱਖਿਆ ਲਈ ਕੋਈ ਸਪੀਕਰ ਨਹੀਂ, ਕੋਈ ਕਿਸੇ ਨੂੰ ਸਮਝਾਉਂਦਾ ਨਹੀਂ, ਪਰ ਫਿਰ ਵੀ ਸਾਡਾ ਮਨ ਪਤਾ ਨਹੀਂ ਕਿੱਥੋਂ ਸਿੱਖ ਲੈਂਦਾ ਹੈ। ਤੂੰ ਕਿਹੜੀ ਖੋਟੀ ਸਿੱਖਿਆ ਕਿੱਥੋਂ ਸਿੱਖੀ ਹੋਈ ਹੈ? ਰੱਬ ਦਾ ਨਾਮ ਕਿਉਂ ਨਹੀਂ ਜਪਦਾ? ਆਪਾਂ ਤਾਂ ਤੈਨੂੰ ਇਹ ਗੱਲਾਂ ਸਿਖਾਈਆਂ ਨਹੀਂ ਸਨ। ਜਿਹੜੇ ਸਾਡੇ ਨਿਆਣੇ ਸਿੱਖ ਕੇ ਆਉਂਦੇ ਨੇ ਪਤਾ ਨਹੀਂ ਕਿੱਥੋਂ ਸਿੱਖਦੇ ਨੇ। ਬੱਚਾ ਜੰਮਦਾ ਬਾਅਦ ਵਿੱਚ ਹੈ ਅਤੇ ਝੂਠ ਬੋਲਣਾ ਪਹਿਲਾਂ ਸਿੱਖ ਜਾਂਦਾ। ਇਸ ਵਾਸਤੇ ਖੋਟੇ ਕੰਮਾਂ 'ਚ ਤੇਰਾ ਮਨ ਕਿਉਂ ਲੱਗਾ ਹੋਇਆ? ਤੈਨੂੰ ਕਿੰਨੇ ਗੱਲਾਂ ਸਮਝਾਈਆਂ ਨੇ। ਮਰ ਜਾਏ ਬੇਕਾਉ ਕਿਆ ਕਰੋ ਅਪਾਗੇ। ਇਹ ਭਾਗਾਂ ਤੋਂ ਹੀਣੇ ਬੰਦਿਆ, ਫਿਰ ਜਦੋਂ ਮਰ ਕੇ ਪਰਲੋਕ ਨੂੰ ਜਾਵੇਂਗਾ ਜਾਂ ਮਰਨ ਦੇ ਵੇਲੇ ਤੂੰ ਦੱਸ ਕੀ ਕਰੇਂਗਾ। ਸੋ ਫਿਰ ਪਛਤਾਹੋ ਨਾ ਪਾਵੋ ਭਾਰ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਜੈਸੇ ਘਰ ਲਾਗੈ ਆਗ। ਜਿਵੇਂ ਕਿਸੇ ਦੇ ਘਰ ਨੂੰ ਅੱਗ ਲੱਗ ਗਈ ਹੋਵੇ ਅਤੇ ਉਹ ਸੁੱਤੇ ਪਿਆਂ ਉੱਠ ਕੇ ਜਾਗ ਕੂਆ ਖੋਦਿਓ ਚਾਹੇ, ਜਾ ਕੇ ਖੂਹ ਪੁੱਟਣਾ ਚਾਹੇ ਤਾਂ ਉਹਦਾ ਯਤਨ ਕਾਰਜ ਨਾ ਸਿੱਧ ਹੋਏ, ਕੰਮ ਨਹੀਂ ਸੌਰੇਗਾ। ਕਦੋਂ ਪੁੱਟੇਗਾ, ਕਦੋਂ ਪਾਣੀ ਨਿਕਲੇਗਾ, ਕਦੋਂ ਅੱਗ ਬੁਝਾਏਗਾ, ਉਹਨੇ ਚਿਰ ਨੂੰ ਸਭ ਕੁਝ ਸੜ ਕੇ ਸਵਾਹ ਹੋ ਜਾਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛੋਤਾਈਐ। ਉਹ ਮੱਥੇ 'ਤੇ ਹੱਥ ਰੱਖ ਕੇ ਰੋਵੇਗਾ, ਪਛਤਾਤਾਪ ਕਰੇਗਾ। ਇਉਂ ਜਿੰਨਾ ਚਿਰ ਸਰੀਰ ਰੂਪੀ ਘਰ ਨੂੰ ਅੱਗ ਨਹੀਂ ਲੱਗੀ ਉਹਨਾਂ ਚਿਰ ਆਪਾਂ ਨਿਸ਼ਕਾਮ ਕਰਮਾਂ ਦਾ ਪਾਣੀ ਕੱਢ ਸਕਦੇ ਹਾਂ, ਕੋਈ ਪੁੰਨ ਕਰ ਸਕਦੇ ਹਾਂ, ਕੋਈ ਪਰਉਪਕਾਰ ਕਰ ਸਕਦੇ ਹਾਂ, ਕੋਈ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਰੂਪੀ ਪਾਣੀ ਕੱਢ ਸਕਦੇ ਹਾਂ। ਜਦ ਇਹ ਸਰੀਰ ਘਰ ਨੂੰ ਅੱਗ ਲੱਗ ਗਈ, ਬੁਢੇਪਾ ਆ ਗਿਆ ਜਾਂ ਮੌਤ ਦੀ ਅੱਗ ਲੱਗ ਗਈ ਤਾਂ ਮੁੜ ਕੇ ਸਿਮਰਨ ਵਾਲਾ ਕੰਮ ਨਹੀਂ ਸੌਰੇਗਾ। ਇਸ ਲਈ ਇਹ ਭਾਗਾਂ ਤੋਂ ਹੀਣਿਆਂ ਬੰਦਿਆ, ਜਦੋਂ ਤੇਰੀ ਮੌਤ ਆ ਗਈ ਤਾਂ ਤੂੰ ਕੀ ਕਰੇਂਗਾ? ਕੁਛ ਨਹੀਂ ਹੋਣਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਦੁੱਖ ਸੁਖ ਕਰ ਕੈ ਕੁਟੰਬ ਜੀਵਾਇਆ। ਤੂੰ ਦੁੱਖ ਅਤੇ ਸੁੱਖ ਝੱਲ ਕੇ ਆਪਣੇ ਕੁਟੰਬ, ਇਸਤਰੀ ਤੋਂ ਵਧਿਆ ਪਰਿਵਾਰ, ਇਹਨੂੰ ਪਾਲਣਾ ਕਰਦਾ ਹੈ, ਜਾਂ ਦੁੱਖਦਾਇਕ ਪਰਿਵਾਰ ਨੂੰ ਸੁਖਦਾਇਕ ਮੰਨ ਕੇ ਪਾਲਦਾ ਫਿਰਦਾ ਹੈ। ਮਰਤੀ ਵਾਰ ਇੱਕ ਸਰ ਦੁਖ ਪਾਇਆ। ਪਰ ਮਰਨ ਦੇ ਸਮੇਂ ਇੱਕ ਸਾਰ ਇੱਕ ਰਸ ਤੈਨੂੰ ਇਕੱਲੇ ਨੂੰ ਹੀ ਦੁੱਖ ਪ੍ਰਾਪਤ ਹੋਵੇਗਾ। ਜਿਵੇਂ ਵਾਲਮੀਕ ਬਟਵਾੜੇ ਨੂੰ ਸੰਤਾਂ ਨੇ ਇੱਕੋ ਹੀ ਗੱਲ ਸਮਝਾਈ ਅਤੇ ਉਹਦੇ ਕੰਮ ਆ ਗਈ। ਸੰਤਾਂ ਨੂੰ ਕਹਿੰਦਾ ਕਿ ਮੈਨੂੰ ਕੱਪੜੇ ਲਾ ਕੇ ਦੇ ਦਿਓ। ਕਹਿੰਦੇ ਕੱਪੜੇ ਕੀ ਕਰੇਗਾ? ਕਹਿੰਦੇ ਇਹ ਕੱਪੜਿਆਂ ਦੇ ਬਸਤਰ ਬਣਾ ਕੇ ਮੇਰੇ ਬੱਚੇ ਪਾਉਣਗੇ, ਜੋ ਜੇਬ 'ਚੋਂ ਕੱਢ ਕੇ ਫੜਾ ਦਿਓ। ਅਤੇ ਕਹਿੰਦੇ ਵੀ ਸਾਡੇ ਕੋਲ ਪੈਸੇ ਤਾਂ ਹੁੰਦੇ ਨਹੀਂ, ਅਸੀਂ ਤਾਂ ਮੰਗ ਕੇ ਰੋਟੀ ਖਾਂਦੇ ਹਾਂ ਅਤੇ ਜੰਗਲਾਂ ਦੇ ਵਿੱਚ ਗੁਜ਼ਾਰਾ ਕਰਦੇ ਹਾਂ। ਕਹਿੰਦੇ ਚਲੋ ਕੋਈ ਨਹੀਂ, ਕੱਪੜੇ ਹੀ ਦੇ ਦਿਓ, ਕੱਪੜੇ ਹੀ ਮੇਰੇ ਕੰਮ ਹੋਣਗੇ ਅਤੇ ਹੁਣ ਮੈਂ ਤੈਨੂੰ ਮਾਰ ਦੇਣਾ। ਕਹਿੰਦੇ ਵੀ ਆਪਾਂ ਭੱਜ ਤਾਂ ਸਕਦੇ ਨਹੀਂ, ਅਸੀਂ ਇੱਥੇ ਖੜ੍ਹੇ ਹਾਂ ਅਤੇ ਤੂੰ ਇਉਂ ਕਰ, ਜਿਸ ਟੱਬਰ ਲਈ ਇੰਨਾ ਕੁਛ ਕਰਦਾ ਉਹਨੂੰ ਪੁੱਛ ਕੇ ਤਾਂ ਵੀ ਪਾਪਾ ਦੇ ਭਾਈਵਾਲ ਵੀ ਹੋਣਗੇ। ਤਾਂ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਹੈ। ਬੱਚੇ ਕਹਿਣ ਲੱਗੇ ਤੂੰ ਸਾਡਾ ਪਿਓ ਹੈ, ਤੇਰਾ ਫਰਜ਼ ਬਣਦਾ, ਜਿੰਨਾ ਚਿਰ ਅਸੀਂ ਜਵਾਨ ਨਹੀਂ ਹੁੰਦੇ ਤੂੰ ਸਾਨੂੰ ਜਿੱਥੋਂ ਮਰਜ਼ੀ ਲਿਆ ਕੇ ਖਵਾ। ਘਰ ਵਾਲੀ ਕਹਿਣ ਲੱਗੀ ਵੀ ਮੇਰੇ ਪਿਓ ਨੇ ਮੈਨੂੰ ਤੇਰੇ ਲੜ ਲਾਇਆ। ਬੀਬੀਆਂ ਤਾਂ ਘਰ 'ਚ ਰਹਿੰਦੀਆਂ, ਕਮਾਈ ਤਾਂ ਬੰਦੇ ਹੀ ਕਰਕੇ ਲਿਆਉਂਦੇ ਨੇ, ਹੁਣ ਮੈਂ ਕੀ ਕਰਾਂ, ਜਿੱਥੋਂ ਮਰਜ਼ੀ ਲਿਆ।
ਚੋਰੀ ਕਰ, ਭਾਵੇਂ ਜੋ ਮਰਜ਼ੀ ਕਰ, ਭਾਵੇਂ ਡਾਕਾ ਮਾਰ। ਮਾਂ ਕਹਿਣ ਲੱਗੀ ਵੀ ਜਦੋਂ ਤੂੰ ਬੱਚਾ ਸੀ ਉਦੋਂ ਅਸੀਂ ਤੈਨੂੰ ਪਾਲਦੇ ਰਹੇ, ਹੁਣ ਅਸੀਂ ਬਜ਼ੁਰਗ ਹੋ ਗਏ ਹਾਂ, ਤੂੰ ਪਾਲ। ਕੋੜ ਮੜਾ ਚੌਖੰਨੀ ਹੈ, ਕੋਈ ਨਾ ਬੇਲੀ ਕਰਦੇ ਝਾੜਾ। ਆਪਣਾ ਸਾਰਾ ਕੋੜਮਾ ਬਾਲਕੀ ਮੀਕ ਨੇ ਇਕੱਠਾ ਕੀਤਾ, ਪਰ ਕਿਸੇ ਨੇ ਵੀ ਹਾਮੀ ਨਹੀਂ ਭਰੀ। ਸਭ ਹੱਥ ਝਾੜ ਕੇ ਪਾਸੇ ਹੋ ਗਏ। ਕਹਿਣ ਲੱਗੇ ਮਹਾਤਮਾ ਜੀ ਤੁਸੀਂ ਸੱਚ ਬੋਲਦੇ ਹੋ, ਕਿਰਪਾ ਕਰੋ ਮੈਨੂੰ ਭਲੇ ਦਾ ਉਪਦੇਸ਼ ਦਿਓ। ਉਹਨਾਂ ਮਰਾ ਮਰਾ ਦਾ ਉਪਦੇਸ਼ ਦੇ ਕੇ ਤਾਰ ਦਿੱਤਾ। ਇਉਂ ਉਸ ਵੇਲੇ ਤੇਰੇ ਸਿਰ ਉੱਪਰ ਸਾਰਾ ਹੀ ਦੁੱਖ ਆ ਕੇ ਪੈ ਜਾਵੇਗਾ। ਤੇਰੀ ਘਰਵਾਲੀ, ਤੇਰੇ ਪੁੱਤਰ ਆਦਿਕ ਨੇ ਤੇਰੀ ਕੋਈ ਰੱਖਿਆ ਨਹੀਂ ਕਰਨੀ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਧਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਪੈਸਾ ਮਾੜਾ ਨਹੀਂ ਹੈ, ਪੈਸਾ ਧਰਮੀ ਬੰਦੇ ਕੋਲ ਹੋਣਾ ਚਾਹੀਦਾ, ਅਤੇ ਗ੍ਰਸਤੀ ਦੇ ਕੋਲ ਤਾਂ ਸਗੋਂ ਜਿੰਨਾ ਵੀ ਹੋਵੇ ਉਨਾ ਹੀ ਥੋੜ੍ਹਾ। ਵੱਧ ਤੋਂ ਵੱਧ ਪੈਸਾ ਘਰ ਵੀ ਬਣਾਉਣਾ ਹੋਇਆ, ਬੀਬੀਆਂ ਭੈਣਾਂ ਨੇ ਕੋਈ ਵਿਆਹ ਸ਼ਾਦੀ, ਕੋਈ ਆਪਦੇ ਦਿਨ ਤਿਉਹਾਰ 'ਤੇ ਵੀ ਜਾਣਾ ਹੋਇਆ, ਤੋ ਇਸ ਲਈ ਜੇ ਵਿਆਹ ਸ਼ਾਦੀ ਕਰਾਈ ਹੈ ਫਿਰ ਪ੍ਰਬੰਧ ਵੀ ਬੰਦੇ ਨੂੰ ਕਰਨਾ ਚਾਹੀਦਾ। ਮਾੜੀ ਗੱਲ ਨਹੀਂ ਹੈ ਕਮਾਈ ਕਰਨੀ, ਪਰ ਕਿਰਤ ਕਰੋ, ਨਾਮ ਜੋ ਪਰ ਵੰਡ ਕੇ ਛਕੋ। ਇਹ ਗੁਰੂ ਸਾਹਿਬ ਦੇ ਮੁੱਢਲੇ ਅਸੂਲ ਨੇ, ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮਰਤੀ ਬਾਰਾ ਇੱਕ ਸਰ ਦੁੱਖ ਪਾਇਆ, ਤੂੰ ਵਲ ਛਲ ਕਰਕੇ, ਝੂਠ ਪਤਾਣ ਬੋਲ ਕੇ, ਠੱਗੀਆਂ ਠੋਰੀਆਂ ਮਾਰ ਕੇ, ਧੋਖਾ ਫਰੇਬ ਕਰਕੇ, ਕਿਸੇ ਦਾ ਕਤਲ ਤੱਕ ਸੁਪਾਰੀਆਂ ਲੈ ਕੇ ਕਰਕੇ, ਅਤੇ ਆਪਦੇ ਬਾਲ ਬੱਚਿਆਂ ਨੂੰ ਪਾਲਦਾ ਹੈ। ਦੱਸ ਉਹਨਾਂ ਦਾ ਜੀਵਨ ਕਿੰਨਾ ਕੁ ਉੱਚਾ ਹੋਏਗਾ? ਉਹ ਕੀ ਫਿਰ ਬਣਨਗੇ ਵੱਡੇ ਹੋ ਕੇ? ਕੋਈ ਲਾਭ ਨਾ ਹੋਇਆ, ਕਿਸੇ ਤੇਰੀ ਸਹਾਇਤਾ ਨਹੀਂ ਕਰਨੀ। ਕਾਂਠ ਗਹਿਨ ਤਬ ਕਰਨ ਪੁਕਾਰਾ, ਇੱਕ ਬਰਾਬਰ ਤੂੰ ਦੁੱਖ ਪਾਏਂਗਾ ਜਦ ਜਮਾਂ ਨੇ ਆ ਕੇ ਤੈਨੂੰ ਧੌਣ ਤੋਂ ਫੜ ਲਿਆ, ਤੈਨੂੰ ਗਲੇ ਤੋਂ ਫੜ ਲਿਆ, ਤਦ ਤੂੰ ਫਰਿਆਦਾਂ ਕਰਨ ਲੱਗੇਗਾ। ਭਾਵ ਜਮਾਂ ਤੋਂ ਡਰਦਾ ਹੋਇਆ ਬਚਾਅ ਵਾਸਤੇ ਆਵਾਜ਼ਾਂ ਮਾਰੇਂਗਾ। ਕਹਿ ਕਬੀਰਾ ਆਗੇ ਤੇ ਨਾ ਸੰਮਾਰਾ, ਪਰ ਉਸ ਵੇਲੇ ਕਿਸੇ ਵੀ ਤੇਰੀ ਆਵਾਜ਼ ਨਹੀਂ ਸੁਣਨੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇਸ ਲਈ ਉਹ ਸਮਾਂ ਆਉਣ ਤੋਂ ਪਹਿਲਾਂ ਹੀ ਕਿਉਂ ਨਾ ਤੂੰ ਪਰਮੇਸ਼ਰ ਨੂੰ ਚੇਤੇ ਕਰ ਲਵੇਂ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸੂਹੀ ਕਬੀਰ ਜੀ, ਸੂਹੀ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਸ਼ਬਦ ਉਚਾਰਦੇ ਨੇ। ਇੱਕ ਬੀਬੀ ਦਾ ਅਲੰਕਾਰ ਵਰਤਿਆ। ਜਗਿਆਸੂ ਦਾ ਪ੍ਰਕਰਨ ਇਹ ਵਰਣਨ ਕਰਦੇ ਨੇ। ਜਗਿਆਸੂ ਨੂੰ ਇੱਕ ਬੀਬੀ ਕਥਨ ਕਰਦੇ ਨੇ। ਥਰ ਹਰ ਕੰਪੈ ਬੱਲਾ ਜੀਓ, ਸੋ ਬੀਬੀਆਂ ਦਾ ਦਿਲ ਸਲਿਮ ਹੁੰਦਾ ਹੈ, ਇਸ ਲਈ ਛੋਟੀ ਜੀ ਗੱਲ ਤੋਂ ਤੇ ਉਹ ਡਰ ਜਾਂਦੀਆਂ ਅਤੇ ਕੰਬਣ ਲੱਗ ਜਾਂਦੀਆਂ ਮੌਤ ਦੇ ਭੈ ਕਰਕੇ। ਸੋ ਬੀਬੀਆਂ ਦੀ ਤਰ੍ਹਾਂ ਇਹ ਅਗਿਆਤ ਜਿੰਦ ਤੂੰ ਥਰ ਹਰ ਕੰਬਦੀ ਪਈ ਹੈ। ਸਾਡੀ ਜਿੰਦ ਇੱਕ ਬਹੁਤ ਥੋੜ੍ਹੇ ਦਿਲ ਵਾਲੀ ਹੈ। ਕੋਈ ਵੀ ਭਾਵੇਂ ਨਾਡੂ ਖਾਂ ਵੀ ਹੋਏ, ਕੰਸ ਨੂੰ ਤਾਂ ਕੋਈ ਵੱਡਾ ਨਹੀਂ ਹੋਇਆ ਜਿਹਨੇ ਭਗਵਾਨ ਨਾਲ ਮੱਥਾ ਲਾਇਆ, ਉਹਦੀਆਂ ਵੀ ਚੀਕਾਂ ਨਿਕਲ ਗਈਆਂ ਮੌਤ ਵੇਖ ਕੇ। ਅਤੇ ਕੇਸੀ ਨੂੰ ਕੋਈ ਵੱਡਾ ਨਹੀਂ ਹੋਇਆ। ਰਾਮ ਨੂੰ ਦੱਸੋ ਕੌਣ ਵੱਡਾ ਹੋਇਆ? 10 ਸਿਰਾਂ ਵਾਲਾ ਸੀ ਕਹਿੰਦੇ, ਕਿੰਨੀਆਂ ਉਹਦੀਆਂ ਬਾਹਾਂ। ਜਿਹਨੇ ਭਗਵਾਨ ਨਾਲ ਮੱਥਾ ਲਾ ਲਿਆ, ਆਮ ਬੰਦਾ ਤਾਂ ਨਹੀਂ ਸੀਗਾ ਉਹ। ਹਰਨਾਕਸ਼ ਨੂੰ ਵੱਡਾ ਤਾਂ ਨਹੀਂ ਕੋਈ ਹੋਇਆ, ਪਰ ਉਹਨੂੰ ਵੀ ਘੜੀਸ ਘੜੀਸ ਕੇ ਮਾਰਿਆ। ਵੇਖੋ ਭਗਵਾਨ ਨਾਲ ਮੱਥਾ ਲਾਇਆ। ਇਹੋ ਜਿਹੇ ਵੱਡੇ ਵੱਡੇ ਨਾਡੂ ਖਾਂ ਵੀ ਮਾਰੇ ਗਏ। ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਔਰੰਗਜ਼ੇਬ ਨੇ ਵੇਖੋ ਕਿੰਨੀ ਤੜਥੱਲੀ ਮਚਾਈ। ਜਿੰਨੇ ਗੁਰੂ ਗੋਬਿੰਦ ਸਿੰਘ ਨਾਲ ਮੱਥਾ ਲਾ ਲਿਆ, ਉਹ ਤਾਂ ਮਹਾਰਾਜ ਤਗੜੇ ਸੀਗੇ ਜਿਹੜੇ ਹਾਰੇ ਨਹੀਂ, ਪਰ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ, ਡਰਿਆ ਨਹੀਂ। ਜਿੱਦਣ ਮਰਿਆ ਜਫਰਨਾਮਾ ਪੜ੍ਹ ਕੇ ਉਹਦੀਆਂ ਚੀਕਾਂ ਨਿਕਲ ਗਈਆਂ।
ਇਉਂ ਚੰਡੀ ਦੀ ਵਾਰ ਦੇ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਵੀ ਕੰਸ ਕੇਸੀ ਜਨ ਪਕੜ ਗਿਰਾਇਆ। ਜਿਸ ਭਗਵਾਨ ਨੇ ਕੇਸਾਂ ਤੋਂ ਫੜ ਕੇ ਕੰਸ ਨੂੰ ਪਟਕਾ ਕੇ ਸੁੱਟ ਦਿੱਤਾ। ਕੋਈ ਬਹੁਤਾ ਭਲਵਾਨ ਨਹੀਂ ਸੀ ਕ੍ਰਿਸ਼ਨ, ਸਲਿਮ ਜਿਹਾ ਸੀਗਾ, ਬਿਲਕੁਲ ਨਰਮ ਜਿਹਾ ਸਰੀਰ, ਅਤੇ ਵੱਡੇ ਦੈਂਤ ਨੂੰ ਮਾਰ ਕੇ ਛਾਲ ਝਕਾਨੀ ਦੇ ਕੇ ਕੇਸਾਂ ਤੋਂ ਧੂ ਕੇ ਪਟਕਾ ਕੇ ਮਾਰ ਦਿੱਤਾ। ਤੋਂ ਇਉਂ ਮੌਤ ਦੇ ਭੈ ਕਰਕੇ ਵੱਡੇ ਵੱਡੇ ਲੋਕ ਕੰਬ ਜਾਂਦੇ ਨੇ, ਜਿਵੇਂ ਥਾਲੀ 'ਚ ਪਿਆ ਪਾਣੀ ਕੰਬਦਾ, ਮੌਤੀ ਫੌਜਾਂ ਦੀ ਖੜਖੜਾਹਟ ਧਮਾਕੇ ਦੀ ਆਵਾਜ਼ ਨਾਲ ਕੰਬਦੇ। ਇਸੇ ਤਰ੍ਹਾਂ ਅੰਤःਕਰਨ ਰੂਪੀ ਥਾਲ ਦੇ ਵਿੱਚ ਦਿਲ ਰੂਪੀ ਮੋਤੀ ਮੌਤ ਦੀ ਖੜਖੜਾਹਟ ਸੁਣ ਕੇ ਕੰਬਦਾ ਹੈ ਜੀ। ਇਸ ਵਿਚਾਰ 'ਚ ਇੱਕ ਛੋਟੀ ਜਿਹੀ ਸਾਖੀ ਹੈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਕਾਲ ਦੀ। ਜਿਸ ਸਮੇਂ ਸਤਿਗੁਰੂ ਮਹਾਰਾਜ ਦਾ ਮਹਾਰਾਜ ਵਿੱਚ ਜੰਗ ਹੋਇਆ, ਉਸ ਸਮੇਂ ਰਾਏ ਜੋਧ ਦੀ ਘਰਵਾਲੀ ਰਾਜ ਕੌਰ ਨੇ ਆਪਣੇ ਪਤੀ ਨੂੰ ਕਿਹਾ ਕਿ ਹੇ ਮਹਾਰਾਜ, ਗੁਰੂ ਸਾਹਿਬ ਜੀ ਦੀ ਜੰਗ ਹੋਣ ਵਾਲੀ ਹੈ, ਤੁਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਵੋ। ਅੱਗੇ ਰਾਏ ਜੋਧ ਨੇ ਕਿਹਾ ਕਿ ਮੈਂ ਜਾਣ ਨੂੰ ਤਿਆਰ ਹਾਂ, ਪਰ ਜਦ ਫੌਜ ਚੜ੍ਹ ਕੇ ਆਵੇਗੀ ਮੈਂ ਉਸ ਵੇਲੇ ਜਾਵਾਂਗਾ। ਅੱਗੋਂ ਦੀ ਪਤਨੀ ਨੇ ਕਿਹਾ ਕਿ ਫੌਜ ਤਾਂ ਆ ਗਈ ਹੈ, ਆ ਵੇਖੋ। ਪੁਰਾਣੇ ਲੋਕ ਬੜੇ ਲੌਜਿਕ ਕਿਸਮ ਦੇ ਹੁੰਦੇ ਸੀਗੇ, ਘੜੀਆਂ ਵੀ ਨਹੀਂ ਸੀ ਹੁੰਦੀਆਂ, ਟਾਈਮ ਵੀ ਉਹਨਾਂ ਨੇ ਇੱਕ ਪੜੋਪੀ ਜੀ ਰੱਖੀ ਹੁੰਦੀ ਸੀ ਦਾਣਿਆਂ ਵਾਲੀ, ਦਾਣਿਆਂ ਦੇ ਹਿਸਾਬ ਨਾਲ ਹੀ ਟਾਈਮ। ਹਰਿਮੰਦਰ ਸਾਹਿਬ ਜਿਹੜਾ ਪੁਲ ਬਣਿਆ, ਉੱਥੇ ਇੱਕ ਗੋਰੇ ਨੇ ਘੜੀ ਲਾਈ ਹੈ, ਵੇਖਣ ਨੂੰ ਉਹ ਤਿਕੋਣ ਜੀ ਹੋਈ ਹੈ ਤਾਂਬੇ ਦੀ, ਥੱਲੇ ਪੱਥਰ ਦੇ ਉੱਪਰ ਲਕੀਰਾਂ ਕੱਢੀਆਂ ਹੋਈਆਂ, ਪਰ ਉਹ ਪੂਰਾ ਸਹੀ ਟਾਈਮ ਦੱਸਦੀ ਹੈ ਸੂਰਜ ਦੇ ਹਿਸਾਬ ਨਾਲ। ਕਹਿਣ ਲੱਗੀ, ਵੇਖ ਪਤੀ, ਆਹ ਥਾਲ ਵਿੱਚ ਮੈਂ ਮੋਤੀ ਪਾਏ ਹੋਏ ਨੇ, ਅਤੇ ਜ਼ਮੀਨ ਉੱਪਰ ਥਾਲ ਰੱਖਿਆ ਹੋਇਆ ਹੈ। ਜੋ ਫੌਜਾਂ ਦੇ ਪੈਰਾਂ ਦੀ ਖੜਖੜਾਹਟ ਦੇ ਨਾਲ ਇਹ ਮੋਤੀ ਕੰਬ ਰਹੇ ਨੇ, ਇਸ ਲਈ ਫੌਜ ਪਹੁੰਚ ਚੁੱਕੀ ਹੈ, ਤੁਸੀਂ ਜਲਦੀ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਵੋ। ਇਉਂ ਰਾਜਾ ਜੋਧ ਜਲਦੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਅਤੇ ਬਹੁਤ ਸੂਰਬੀਰਤਾ ਨਾਲ ਇਹਨੇ ਜੰਗ ਲੜੀ। ਫਿਰ ਸਤਿਗੁਰਾਂ ਦੀ ਇਹਨੇ ਸਿੱਖੀ ਕਮਾਈ। ਇਸ ਲਈ ਮਹਾਰਾਜ ਫਰਮਾਉਂਦੇ ਨੇ, ਹਰ ਹਰ ਕੰਪੈ ਬਾਲਾ ਜੀਓ। ਜਿਵੇਂ ਥਾਲ ਵਿੱਚ ਪਏ ਮੋਤੀ ਕੰਬਦੇ ਨੇ, ਇਉਂ ਦਿਲ ਬੜੇ ਬੜੇ ਵੱਡੇ ਬੰਦਿਆਂ ਦਾ ਯਮਦੂਤ ਵੇਖ ਕੇ ਧੱਕ ਧੱਕ ਕਰਕੇ ਵੱਜਣ ਲੱਗ ਪੈਂਦਾ। ਚੰਗੇ ਭਲੇ ਬੰਦੇ ਮੌਤ ਤੋਂ ਘਬਰਾ ਜਾਂਦੇ ਨੇ। ਨਾ ਜਾਣੋ ਕਿਆ ਕਰਸੀ ਪੀਓ। ਇਹ ਜਗਿਆਸੂ ਇਸਤਰੀ ਜਾਣਦੀ ਹੋਈ ਨਹੀਂ ਕਿ ਪਤੀ ਪਰਮੇਸ਼ਰ ਸਾਡੇ ਨਾਲ ਕੀ ਸਲੂਕ ਕਰੇਗਾ। ਜਾਣ ਇਹ ਰੱਬ ਨੇ ਦਿੱਤੀ ਹੈ ਅਤੇ ਉਹਨੂੰ ਵਾਪਸ ਕਰਨੀ ਪੈਣੀ ਹੈ। ਜਦ ਵਾਪਸ ਕਰਨੀ ਪਊਗੀ ਤਦੋਂ ਕੀ ਮੂੰਹ ਦਿਖਾਵਾਂਗੇ ਕਿ ਉਮਰ ਸਾਰੀ ਵਿਸ਼ਿਆਂ ਵਿਕਾਰਾਂ ਵਿੱਚ ਹੀ ਗੁਜ਼ਾਰ ਦਿੱਤੀ। ਰਹਿਣ ਗਈ ਮਤ ਦਿਨ ਪੀ ਜਾਏ। ਰਾਤ ਤਾਂ ਸੁੱਤੇ ਪਿਆਂ ਹੀ ਲੰਘ ਗਈ, ਰਹਿਣ ਗਵਾਈ ਸੋਏ ਕੈ। ਅਤੇ ਆਹ ਦਿਨ ਚੜ੍ਹਿਆ, ਕਦੀ ਕੁਝ ਖਾ ਲਿਆ, ਕਦੀ ਕੁਛ ਪੀ ਲਿਆ, ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ। ਵਿਆਹਾਂ ਸ਼ਾਦੀਆਂ ਦੇ ਤਾਂ ਹੁੰਦਾ ਹੀ ਖਾਣ ਪੀਣ ਦਾ ਸਮਾਨ। ਮਿੰਟ ਕੁ ਬਾਅਦ ਕਦੀ ਕੁਛ ਆ ਗਿਆ, ਕਦੀ ਕੁਛ ਆ ਗਿਆ। ਨੱਚ ਲਓ, ਗਾ ਲਓ, ਹੱਸ ਲਓ, ਖੇਡ ਲਓ, ਖਾ ਲਓ, ਪੀ ਲਓ, ਮੌਜਾਂ ਮਾਣ ਲਓ। ਅਤੇ ਜਿੱਥੇ ਆਨੰਦ ਕਾਰਜ ਹੋਣਾ ਉੱਥੇ ਚਾਰ ਕੀ ਬੰਦੇ, ਮੁੰਡਾ ਕੁੜੀ, ਉਹਦੇ ਮਾਂ ਪਿਓ ਅਤੇ ਬਸ ਭੈਣ ਭਰਾਈ। ਕਿਸੇ ਨੂੰ ਪਤਾ ਹੀ ਨਹੀਂ ਵੀ ਵਿਆਹ ਕਹਿੰਦੇ ਕਿਹਨੂੰ ਨੇ। ਗਏ ਵਿਆਹ 'ਤੇ ਆ ਅਤੇ ਵਿਆਹ ਵੇਖਿਆ ਹੀ ਨਹੀਂ, ਖਾ ਪੀ ਕੇ ਨੱਚ ਗਾ ਕੇ ਹੱਸ ਕੇ ਆ ਗਏ। ਤੋ ਇਹੋ ਜਿਹਾ ਸਾਡਾ ਸੁਭਾਅ ਹੈ। ਰਾਤ ਤਾਂ ਸੁੱਤੇ ਪਿਆ ਲੰਘ ਗਈ, ਰਹਿਣ ਗਵਾਈ ਸੋਏ ਕੈ। ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਰਾਤਾਂ ਕਹਿੰਦੇ ਸੁੱਤੇ ਪਿਆ ਲੰਘ ਗਈ, ਮਤਾ ਕਿਤੇ ਦਿਨ ਵੀ ਭਜਨ ਸਿਮਰਨ ਤੋਂ ਬਿਨਾਂ ਹੀ ਲੰਘ ਜਾਵੇ। ਇਸੇ ਪ੍ਰਕਾਰ ਰਹਿਣ ਗਈ ਮਤ ਦਿਨ ਪੀ ਜਾਏ। ਰਾਤ ਬਾਲਕ ਅਵਸਥਾ ਰੂਪ ਅਗਿਆਨ ਦੇ ਹਨੇਰੇ ਵਿੱਚ ਨਿਸਫਲ ਗੁਜ਼ਰ ਗਈ। 12 ਸਾਲ ਤੱਕ ਤਾਂ ਨਲੀ ਪੁੰਝਣ ਦੀ ਜਾਚ ਨਹੀਂ ਆਈ ਮਾफ़ ਕਰਨਾ। ਉਹ ਵੀ ਸਾਡੀ ਮਾਂ ਸਾਫ਼ ਕਰਦੀ ਹੁੰਦੀ ਸੀ। ਉੱਠਦਿਆਂ ਸਾਰੀ ਮੂੰਹ ਧੋਣਾ ਅਤੇ ਕੇਸ ਵਾਹੁਣੇ ਅਤੇ ਬੁਰਸ਼ ਹੱਥ 'ਚ ਫੜਾਉਣਾ ਵੀ ਜਾ ਹੁਣ ਜਾ ਕੇ ਨਹਾ ਜਾ।
ਸਮਝ ਹੀ ਨਹੀਂ ਸੀ ਵੀ ਗੁਰਦੁਆਰੇ ਜਾਣਾ, ਕੋਈ ਜਪਜੀ ਸਾਹਿਬ ਦਾ ਪਾਠ ਕਰਨਾ। 12 ਸਾਲ ਤਾਂ ਉਹੀ ਲੰਘ ਗਏ ਅਤੇ ਮੁੜ ਕੇ ਆ ਜਵਾਨੀ ਆ ਗਈ ਅਤੇ ਇਹਦੇ ਵਿੱਚ ਵੀ ਦਿਮਾਗ ਭੌਂ ਗਿਆ, ਕਿਤੇ ਇਹ ਵੀ ਵਿਅਰਥ ਗੁਜ਼ਰ ਨਾ ਜਾਵੇ। ਇਸੇ ਪ੍ਰਕਾਰ ਰਹਿਣ ਗਈ ਮਤ ਦਿਨ ਪੀ ਜਾਏ। ਬਚਪਨ ਦੇ ਵਿੱਚ ਤਾਂ ਬੜਾ ਪਤਾ ਹੀ ਨਹੀਂ ਸੀ ਨਾ ਵੀ ਕਰਨਾ ਕੀ ਹੈ, ਕੀ ਚੰਗਾ ਕੀ ਮਾੜਾ, ਅਤੇ ਆ ਜਵਾਨੀ ਹੁਣ ਆ ਗਈ ਹੈ। ਇਹ ਵੀ ਵਿਸ਼ਿਆਂ ਵਿਕਾਰਾਂ ਦੀ ਪ੍ਰਬਲਤਾ ਕਰਕੇ ਗੁਜ਼ਰਦੀ ਜਾਂਦੀ ਜਾ ਰਹੀ ਹੈ। ਮਤਾ ਕਿਤੇ ਦਿਨ ਵੀ ਪ੍ਰਭੂ ਦੀ ਪ੍ਰਾਪਤੀ ਤੋਂ ਬਿਨਾਂ ਹੀ ਗੁਜ਼ਰ ਜਾਏ। ਹੁਣ ਵਡੇਪਾ ਆ ਗਿਆ, ਇਹਨੂੰ ਤਾਂ ਬੰਦਾ ਸੰਭਾਲ ਲਏ। ਭਵਰ ਗਾਏ ਪਗ ਬੈਠੇ ਆਏ। ਕਿਸੇ ਨੂੰ ਪੁੱਛ ਕੇ ਵੇਖ ਲਓ, ਮੈਨੂੰ ਪੁੱਛੋਗੇ ਮੈਂ ਕਦੀ ਨਹੀਂ ਮੰਨੂਗਾ। ਮੈਂ ਕਹੂੰਗਾ ਵੀ ਕੇਸ ਤਾਂ ਸੁਹਾਣੇ ਦੇ ਖਾਰੇ ਪਾਣੀ ਨਾਲ ਚੱਟੇ ਹੋਏ ਜਾਂ ਸਮੁੰਦਰ ਦੇ ਪਾਣੀ ਨਾਲ ਚੱਟੇ ਹੋਏ, ਕਿਉਂਕਿ ਉੱਥੇ ਇਸ਼ਨਾਨ ਕਰਦੇ ਰਹੇ। ਕਦੀ ਨਹੀਂ ਮੰਨਾਂਗੇ ਵੀ ਆਪਾਂ ਬੁੱਢੇ ਹੋ ਗਏ ਹਾਂ। ਬੰਦੇ ਦੀ ਫਿਤਰਤ ਹੈ। ਕਈਆਂ ਦਾ ਮੈਂ ਸੁਭਾਅ ਵੇਖਿਆ, ਉਹਨੂੰ ਉਮਰ ਪੁੱਛੋ ਹੈਗੇ 25 ਸਾਲ ਹੋਵੇ, ਭਾਵੇਂ 45 ਦਾ, ਅਤੇ 25 ਤੋਂ ਨਹੀਂ ਵਧਣਾ ਹੈ। ਅਤੇ ਇਸ ਲਈ ਪਤਾ ਤਾਂ ਲੱਗ ਹੀ ਜਾਂਦਾ, ਹਰੇਕ ਨੂੰ ਲੱਗ ਜਾਂਦਾ ਚਿਹਰੇ ਦੀ ਸ਼ੋਭਾ ਤੋਂ। ਇਹ ਦਿਨ ਗੁਜ਼ਰਦਾ ਜਾ ਰਿਹਾ, ਸਰੀਰ ਬਦਲਦਾ ਜਾ ਰਿਹਾ, ਇਹ ਗੱਲ ਪ੍ਰਗਟ ਹੋ ਹੀ ਜਾਣੀ ਹੈ ਕਿ ਉਮਰ ਵੱਧ ਗਈ ਹੈ। ਭੌਰਿਆਂ ਦੀ ਤਰ੍ਹਾਂ ਕਾਲੇ ਕੇਸ ਚਲੇ ਗਏ ਅਤੇ ਬਗਲਿਆਂ ਦੀ ਤਰ੍ਹਾਂ ਚਿੱਟੇ ਕੇਸ ਸਿਰ ਉੱਪਰ ਆ ਕੇ ਬੈਠ ਗਏ। ਦਾੜਾ ਵੀ ਚਿੱਟਾ ਹੋ ਗਿਆ, ਕੇਸ ਵੀ ਚਿੱਟੇ ਹੋ ਗਏ। ਜਾਂ ਭੌਰਿਆਂ ਦੀ ਤਰ੍ਹਾਂ ਸਾਰਗਰਾਹੀ ਸੁਭਾਅ ਅੰਦਰੋਂ ਚਲਿਆ ਗਿਆ, ਬਗਲਿਆਂ ਦੀ ਤਰ੍ਹਾਂ ਪਖੰਡ ਹਿਰਦੇ ਵਿੱਚ ਆ ਕੇ ਅਸਥਿਤ ਹੋ ਗਿਆ। ਸੋ ਮੰਨਣਾ ਪਊਗਾ ਵੀ ਆਪਾਂ ਬੁੱਢੇ ਹੋ ਗਏ। ਇਸ ਲਈ ਵਿਸ਼ਰਾਮ ਦੇ ਕੇ ਕਬੀਰ ਜੀ ਕਹਿੰਦੇ ਨੇ, ਕਾਚੈ ਕਰਵੈ ਰਹਿ ਨ ਪਾਨੀ। ਜਿਵੇਂ ਕੱਚੇ ਕੁਝੇ ਘੜੇ ਦੇ ਵਿੱਚ ਪਾਣੀ ਨਹੀਂ ਰਹਿ ਸਕਦਾ ਹੈ। ਹੰਸ ਚੱਲਿਆ ਕਾਇਆ ਕੁਮਲਾਨੀ। ਇਹ ਪੰਜਾਂ ਤੱਤਾਂ ਦਾ ਰਚਿਆ ਸਰੀਰ ਰੂਪ ਕੁਝਾ ਕੱਚਾ ਹੈ, ਇਹਦੇ ਸਵਾਸਾਂ ਰੂਪੀ ਪਾਣੀ ਨਹੀਂ ਠਹਿਰ ਸਕਦਾ ਹੈ। ngਣ ਘਾਲੇ ਸਭ ਦਿਵਸ ਸਾਸ, ਨੈ ਵੱਢਣ ਘਟਣ ਤਿਲ ਸਾਰ। ਕੱਲ ਕਰਵਾ ਚੌਥ ਸੀਗਾ। ਜੇ ਕੋਈ ਪੁੱਛਣ ਵਾਲਾ ਬੰਦਾ ਪੁੱਛੇ ਭਈ ਜੋ ਕਰਵਾ ਚੌਥ ਰੱਖਦੇ ਨੇ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਵਾਹਿਗੁਰੂ ਦੇ ਹੁਕਮ ਅਨੁਸਾਰ ਚੜ੍ਹਾਈ ਨਹੀਂ ਕਰਦੇ? ਸਭ ਜਾਂਦੇ ਨੇ। ਕੌਣ ਕਹਿੰਦਾ ਨਹੀਂ ਜਾਂਦੇ? ਆਪੋ ਆਪਣੀ ਉਮਰ ਦੇ ਮੁਤਾਬਕ ਸਭਨਾਂ ਨੇ ਤੁਰ ਜਾਣਾ ਹੈ। ਕਰਵਾ ਚੌਥ ਦਾ ਵਰਤ ਰੱਖਣ ਤੋਂ ਕਿਸੇ ਦੀ ਉਮਰ ਆਪਾਂ ਵਧਾ ਨਹੀਂ ਸਕਦੇ। ਜੇ ਆਪਾਂ ਸੱਚਮੁੱਚ ਹੀ ਅੰਮ੍ਰਿਤ ਛਕਿਆ ਅਤੇ ਗੁਰਬਾਣੀ ਨੂੰ ਮੰਨਦੇ ਹਾਂ, ਗੁਰਬਾਣੀ ਤਾਂ ਵਾਰ-ਵਾਰ ਕਹਿ ਰਹੀ ਹੈ ਕਿ ਮਰਨ ਲਿਖਾਏ ਮੰਡਲ ਮੈਂ ਆਏ। ਜਿਹੜਾ ਵਰਤ ਹੈ ਉਹ ਮਰਨ ਦਾ ਦਿਨ ਕੀ ਬਦਲ ਦਊਗਾ? ਮੈਂ ਤਾਂ ਨਹੀਂ ਮੰਨਦਾ। ਜੇ ਬਾਣੀ ਨੂੰ ਆਪਾਂ ਸਹੀ ਤਰੀਕੇ ਨਾਲ ਪੜ੍ਹਦੇ ਹਾਂ, ਇਹਨੂੰ ਵਿਚਾਰੀਏ, ਤਾਂ ਵਰਤ ਰੱਖਣ ਨਾਲ ਮਰਨ ਦਾ ਦਿਨ ਤਾਂ ਬਦਲਿਆ ਨਹੀਂ ਜਾਣਾ। ਅਤੇ ਇਸ ਲਈ ਜਿਹੜੇ ਵਰਤ ਰੱਖਣੇ ਨੇ ਗੁਰੂ ਘਰ ਦੇ ਵਿੱਚ ਮਨ੍ਹਾ ਹਨ। ਰਹੋ ਵਿਚਾਰ। ਮਹਾਰਾਜ ਕਹਿੰਦੇ ਨੇ ਵੀ ਸਵਾਸਾਂ ਦਾ ਪਾਣੀ ਕਦੀ ਠਹਿਰ ਨਹੀਂ ਸਕਦਾ। ਜਦ ਜੀਵ ਆਤਮਾ ਹੰਸ ਚੱਲਿਆ ਤੁਰ ਜਾਵੇਗਾ, ਤਦ ਕਾਇਆ ਕੁਮਲਾਨੀ। ਇਹ ਜਿਹੜੀ ਦੇਹ ਹੈ ਕੁਮਲਾ ਜਾਵੇਗੀ। ਸੋਹਣਾ ਬੜਾ ਬਣਿਆ ਬਣਾਤਾ ਸਰੀਰ, ਜਿਹੜਾ ਲਾਲ ਸੁਰਖ ਚਿਹਰਾ ਭਖਦਾ ਸੀ, ਇੱਕਦਮ ਡੱਬ ਕੜੱਬਾ ਪੀਲਾ ਜਿਹਾ ਹੋ ਜਾਏਗਾ। ਸਰੀਰ ਉਹ ਘਟ ਜਾਵੇਗਾ ਅਤੇ ਸੁੱਕ ਜਾਵੇਗਾ। ਵਾਰ ਕੰਨਿਆ ਜਸ ਕਰਤ ਸਿਗਾਰਾ। ਅੱਜ ਕੱਲ੍ਹ ਦਾ ਸਮਾਂ ਤਾਂ ਬੜਾ ਐਡਵਾਂਸ ਹੈ। ਪਤਾ ਹੀ ਨਹੀਂ ਲੱਗਦਾ ਵੀ ਭੈਣਾਂ ਵਿਆਹੀਆਂ ਨੇ ਕਿ ਜਾਂ ਕੁਆਰੀਆਂ ਨੇ। ਵਿਆਹੀਆਂ ਭੈਣਾਂ ਉਹ ਬਾਅਦ ਵਿੱਚ, ਪੁਰਾਣਾ ਸਮਾਂ ਸੀ ਹਾਰ ਸ਼ਿੰਗਾਰ ਕਰਦੀਆਂ, ਅਤੇ ਅੱਜ ਕੱਲ੍ਹ ਤਾਂ ਸਮਾਂ ਕੁਝ ਹੋਰ ਹੀ ਜਾ ਰਿਹਾ। ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਅਣਵਿਆਹੀ ਕੁਆਰੀ ਕੰਨਿਆ ਤੋ ਜੇ ਪਤੀ ਦੇ ਸੁੱਖ ਵਾਸਤੇ ਸ਼ਿੰਗਾਰ ਕਰਦੀ ਹੋਵੇ, ਪਰ ਪਤੀ ਤਾਂ ਜੇ ਮਿਲਿਆ ਹੀ ਨਹੀਂ, ਅਜੇ ਉਹਦਾ ਆਨੰਦ ਕਾਰਜ ਹੀ ਨਹੀਂ ਹੋਇਆ ਹੈ, ਅਤੇ ਸ਼ਿੰਗਾਰ ਉਹਦਾ ਕਿਸ ਕੰਮ ਹੈ। ਕਿਉਂ ਰਲੀਆਂ ਮਨ ਬਾਜ ਪਤਾਰਾ। ਉਹ ਜਿਹੜੀ ਭੈਣ ਹੈ ਪਤੀ ਤੋਂ ਬਗੈਰ ਕਿਵੇਂ ਖੁਸ਼ੀਆਂ ਮਾਣ ਸਕਦੀ ਹੈ? ਨਿਰੇ ਹਾਰ ਸ਼ਿੰਗਾਰ ਨਾਲ ਤਾਂ ਖੁਸ਼ੀਆਂ ਮਾਣ ਨਹੀਂ ਸਕਦੀ। ਗੁਰੂ ਘਰ ਦੇ ਵਿੱਚ ਤਾਂ ਆਨੰਦ ਕਾਰਜਾਂ ਦੇ ਵਕਤ ਅਤੇ ਉਸ ਤੋਂ ਬਾਅਦ ਵੀ
ਹਾਰ ਸ਼ਿੰਗਾਰ ਕਰਨ ਦੀ ਮਨਾਹੀ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ, ਹੇ ਜਗਿਆਸੂ ਰੂਪ ਕੰਨਿਆ, ਵਾਰ ਕੰਨਿਆ ਜਸ ਕਰਤ ਸਿਗਾਰਾ। ਜੇ ਤੂੰ ਗੁਰੂ ਦੀ ਸਿੱਖਿਆ ਨੂੰ ਹੀ ਧਾਰਨ ਨਹੀਂ ਕੀਤਾ, ਨਿਗੁਰਾ ਪੁਰਸ਼ ਜਪ ਤਪ ਸਾਧਨਾ ਰੂਪ ਸ਼ਿੰਗਾਰ ਕਰਦਾ ਹੈ, ਪਰ ਉਹ ਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਿਨਾਂ ਕਿਉਂ ਰਲੀਆਂ ਮਨ ਬਾਜ ਪਤਾਰਾ। ਵਾਹਿਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਕਿਵੇਂ ਮਾਣ ਸਕਦਾ ਹੈ? ਜੇ ਗੁਰੂ ਵਾਲਾ ਹੀ ਨਹੀਂ ਬਣਿਆ ਤਾਂ ਵਾਹਿਗੁਰੂ ਨਾਲ ਕਿਵੇਂ ਮਿਲ ਸਕਦਾ ਹੈ? ਕਾਗੇ ਉਡਾਵਤ ਭੁਜਾ ਪਿਰਾਨੀ। ਇੱਕ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਤੇ ਦੂਜੇ ਨੰਬਰ ਤੇ ਕਬੀਰ ਜੀ ਦੀ ਬਾਣੀ ਇੱਕ ਬਰਾਬਰ ਹੈ। ਇਹ ਬੜੀ ਲੌਜਿਕ ਕਿਸਮ ਦੀ, ਬੜੀ ਦ੍ਰਿਸ਼ਟਾਂਤ ਤੇ ਪ੍ਰਮਾਣ ਵਾਲੀ, ਨਿਰਾ ਪੜ੍ਹਦਿਆਂ ਸਮਝ ਨਹੀਂ ਆਉਂਦੀ, ਵਿੱਚ ਦੀ ਵਿੱਚ ਬਹੁਤ ਸਿੱਖਿਆਵਾਂ ਨੇ। ਕਬੀਰ ਸਾਹਿਬ ਜੀ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ ਕਿ ਜਿਵੇਂ ਪਤੀ ਦੀ ਉਡੀਕ ਦੇ ਵਿੱਚ ਜਿਹੜੀ ਪਤਨੀ ਹੈ ਉਹ ਕਾਂ ਉਡਾਉਂਦੀ ਦੀ ਜਿਹੜੀ ਬਾਂਹ ਹੈ ਉਹ ਪੀੜਾ ਦੇ ਸਹਿਤ ਦੁੱਖ ਉਠਾਉਂਦੀ ਹੈ। ਪਤੀ ਦੇ ਵਿਛੋੜੇ ਵਿੱਚ ਬਿਰਹਣੀ ਇਸਤਰੀ ਘਰ ਦੇ ਬਨੇਰੇ 'ਤੇ ਬੈਠੇ ਕਾਂ ਨੂੰ ਡਰਾਉਣ ਤੋਂ ਬਿਨਾਂ ਮਨ ਵਿੱਚ ਪਤੀ ਦਾ ਧਿਆਨ ਧਾਰ ਕੇ ਕੇਵਲ ਮੂੰਹ ਤੋਂ ਕਹਿ ਕੇ ਉਡਾ ਦੇਵੇ, ਇਹ ਇਸਤਰੀਆਂ ਵਿੱਚ ਸ਼ੁਭ ਸਗੁਣ ਸਮਝਿਆ ਜਾਂਦਾ ਹੈ ਕਿ ਉੱਡ ਉੱਡ ਕਾਵਾਂ ਤੈਨੂੰ ਚੂਰੀ ਪਾਵਾਂ, ਮੇਰਾ ਪਤੀ ਮੇਰਾ ਪਿਆਰਾ ਮੈਨੂੰ ਦਰਸ਼ਨ ਦੇਵੇ। ਇਹ ਤਰੀਕਾ ਹੁੰਦਾ ਸੀਗਾ ਪਤੀ ਦੀ ਉਡੀਕ ਦਾ। ਜੇ ਕਾਂ ਉੱਡ ਗਿਆ ਤਾਂ ਸਮਝਿਆ ਜਾਂਦਾ ਕਿ ਵਿਦੇਸ਼ ਗਿਆ ਪਤੀ ਛੇਤੀ ਆਉਣ ਵਾਲਾ। ਜੇ ਕਾਂ ਨਾ ਉੱਡੇ ਤਾਂ ਸਮਝਿਆ ਜਾਂਦਾ ਕਿ ਪਤੀ ਦੇ ਆਉਣ ਵਿੱਚ ਅਜੇ ਕੁਝ ਦੇਰੀ ਹੈ। ਐਸਾ ਪੁਰਾਣੇ ਸਮੇਂ ਦਾ ਕਲਪਤ ਰਿਵਾਜ ਸੀ। ਉਹਦਾ ਇੱਥੇ ਕਬੀਰ ਜੀ ਨੇ ਪ੍ਰਮਾਣ ਦਿੱਤਾ ਵੀ ਸਾਡੀ ਤਾਂ ਬਾਂਹ ਹੀ ਥੱਕ ਗਈ ਹੈ। ਕਹਿ ਕਬੀਰਾ ਇਹ ਕਥਾ ਸਿਰਾਨੀ। ਕਬੀਰ ਜੀ ਕਹਿੰਦੇ ਕਿ ਉਸ ਦੀ ਇਹ ਪਰਮਾਰਥ ਦੀ ਕਥਾ ਕਹਾਣੀ ਬਤੀਤ ਹੁੰਦੀ ਜਾਂਦੀ ਹੈ। ਇਸੇ ਪ੍ਰਕਾਰ ਕਾਗੇ ਉਡਾਵਤ ਭੁਜਾ ਪਿਰਾਨੀ। ਕਾਂ ਕੌਣ ਨੇ? ਕਾਮ ਕ੍ਰੋਧ ਇਹਨਾਂ ਨੂੰ ਉਡਾਉਂਦਿਆਂ ਭਾਵੇਂ ਬੁੱਧੀ ਰੂਪ ਬਾਹਾਂ ਪੀੜਾ ਦੇ ਸਹਿਤ ਹੋ ਜਾਵੇ, ਪਰ ਇਹ ਉੱਡਦੇ ਨਹੀਂ, ਬੜੇ ਢੀਠ ਨੇ। ਕਾਂ ਬੜਾ ਢੀਠ ਪੰਛੀ ਮੰਨਿਆ। ਇਉਂ ਕਾਮ ਕ੍ਰੋਧ ਬੰਦੇ ਦਾ ਖਹਿੜਾ ਨਹੀਂ ਛੱਡਦੇ, ਸਰੀਰ ਨੂੰ ਗਾਲ ਕੇ ਸੁੱਟ ਦਿੰਦੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ। ਕਹਿ ਕਬੀਰ ਇਹ ਕਥਾ ਸਿਰਾਨੀ। ਕਬੀਰ ਜੀ ਕਹਿੰਦੇ ਕਿ ਵਿਛੋੜੇ ਦੀ ਕਥਾ ਪਤੀ ਪਰਮੇਸ਼ਰ ਦੇ ਮਿਲਾਪ ਵਾਲੀ ਹੁਣ ਤਾਂ ਬਤੀਤ ਹੀ ਹੋ ਗਈ। ਜੇ ਬੁੱਢੇ ਹੋਇਆਂ ਵੀ ਕਾਮ ਕ੍ਰੋਧ ਨੇ ਨਹੀਂ ਛੱਡਿਆ ਤਾਂ ਦੱਸੋ ਕਿਹੜੀ ਉਮਰ 'ਚ ਰੱਬ ਨੂੰ ਮਿਲਾਂਗੇ। ਇਸੇ ਤਰ੍ਹਾਂ ਕਾਗੇ ਉਡਾਵਤ ਭੁਜਾ ਪਿਰਾਨੀ। ਕਾਮਾਂ ਦੀ ਤਰ੍ਹਾਂ ਕਾਮ ਕ੍ਰੋਧ ਨੂੰ ਉਡਾਉਂਦਿਆਂ ਭਾਵੇਂ ਬੁੱਧੀ ਰੂਪ ਬਾਂਹ ਪੀੜਾ ਦੇ ਸਹਿਤ ਹੋ ਜਾਵੇ, ਪਰ ਇਹ ਉੱਡਦੇ ਨਹੀਂ ਹਨ। ਕਹਿ ਕਬੀਰ ਇਹ ਕਥਾ ਸਿਰਾਨੀ। ਕਬੀਰ ਜੀ ਕਹਿੰਦੇ ਵਿਛੋੜੇ ਦੀ ਕਥਾ ਪਤੀ ਪਰਮੇਸ਼ਰ ਦੇ ਮਿਲਾਪ ਵਾਲੀ ਕਥਾ ਬਤੀਤ ਹੋ ਗਈ ਹੈ। ਇਸੇ ਤਰ੍ਹਾਂ ਕਾਗੇ ਉਡਾਵਤ ਭੁਜਾ ਪਿਰਾਨੀ। ਜਿਹੜੀ ਆਭਾਸ ਬਿਰਤੀ ਕਾਮ ਕ੍ਰੋਧ ਰੂਪ ਕਾਮਾਂ ਨੂੰ ਉਡਾਉਂਦੀ ਹੈ ਉਹਨੂੰ ਪੇਰਾਨੀ ਪੀਆ ਅਕਾਲ ਪੁਰਖ ਨੇ ਆਪਣੇ ਸਰੂਪ 'ਚ ਮਿਲ ਕੇ ਰਾਣੀ ਬਣਾ ਲਿਆ ਹੈ। ਕਹਿ ਕਬੀਰ ਇਹ ਕਥਾ ਸਿਰਾਨੀ। ਕਬੀਰ ਜੀ ਕਹਿੰਦੇ ਕਿ ਜਿਹੜੀ ਵਿਛੋੜੇ ਬਿਰਹੋਂ ਵਾਲੀ ਕਥਾ ਤੁਹਾਨੂੰ ਸੁਣਾਈ ਹੈ ਇਹ ਸਾਰੀ ਹੁਣ ਬਤੀਤ ਹੋ ਗਈ ਹੈ। ਹੁਣ ਮਿਲਾਪ ਦੀ ਕਥਾ ਸ਼ੁਰੂ ਹੋ ਗਈ ਹੈ, ਭਾਵ ਉਹਨਾਂ ਦਾ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਹੈ। ਜਿਹੜੇ ਮਿਲ ਗਏ ਨੇ ਅਤੇ ਉਹਨਾਂ ਨੂੰ ਸ਼ਾਂਤੀ ਸੰਤੋਖ ਆ ਜਾਂਦਾ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਆਪ ਦੇ ਚਰਨਾਂ ਨਾਲ ਮੇਲੀ ਰੱਖਣ ਜੀ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਕਾਗੇ ਉਡਾਵਤ ਭੁਜਾ ਪਿਰਾਨੀ। ਕਹਿ ਕਬੀਰਾ ਕਥਾ ਸਿਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ